ਰੂਪਾ ਸੁਤ ਸਧੂ ਪਿਤਾ ਦਵੈ ਸਿੱਖ ਤੇ ਖਾਨਾ। ਜਿਨ ਖਸਟਮ ਪਤ ਸਾਹੋ ਕੋ ਰੀਝਾਵਨ ਠਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਵੇਲੇ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਦੀਨਾ ਕਾਂਗੜ ਨਾਮ ਦਾ ਨਗਰ ਹੈ, ਜਿੱਥੇ ਮਹਾਰਾਜ ਜੀ ਇਸ ਵੇਲੇ ਚਰਨ ਪਾ ਕੇ ਬੈਠੇ ਹੋਏ। ਭਾਈ ਸ਼ਮੀਰ ਤੇ ਲਖਬੀਰ ਨੇ ਮਹਾਰਾਜ ਜੀਆਂ ਦੀ ਸੇਵਾ ਵਾਸਤੇ ਇੱਕ ਤਿਖਾਣ ਦੇ ਘਰ ਵਿੱਚ ਮਹਾਰਾਜ ਦਾ ਚੁਬਾਰੇ ਵਿੱਚ ਉਤਾਰਾ ਕਰਵਾਇਆ। ਬੜੀ ਭਾਵਨਾ ਦੇ ਨਾਲ ਸੇਵਾ ਕਰਦੇ ਪਏ। ਭਾਈ ਸੰਤੋਖ ਸਿੰਘ ਜੀ ਦੱਸਦੇ ਪਏ, ਜਿਸ ਵੇਲੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਾਲਵੇ ਵਿੱਚ ਗਏ ਸਨ, ਉਸ ਵੇਲੇ ਮਹਾਰਾਜ ਦੇ ਦੋ ਸਿੱਖ ਸਨ, ਭਾਈ ਰੂਪਾ ਤੇ ਭਾਈ, ਇਹਨਾਂ ਦੇ ਨਾਲ ਹੈ ਭਾਈ ਸੱਧੂ ਜੀ। ਭਾਈ ਸੱਧੂ ਜੀ ਪਿਤਾ ਸਨ ਤੇ ਭਾਈ ਰੂਪਾ ਜੀ ਪੁੱਤਰ ਸਨ। ਮਹਾਰਾਜ ਜੀਆਂ ਦੇ ਬੜੇ ਅਨੰਨ ਸੇਵਕ ਨੇ ਮਾਲਵੇ ਦੀ ਧਰਤੀ ਤੇ। ਸੋ ਉਸ ਵੇਲੇ ਇਹ ਰਹਿੰਦੇ ਨੇ। ਇਹਨਾਂ ਸਿੱਖਾਂ ਦੀ ਕਿੰਨੀ ਕੁ ਸ਼ਰਧਾ ਹੈ, ਉਹ ਆਪਾਂ ਇਤਿਹਾਸ ਵਿੱਚ ਅੱਜ ਬਚਨ ਸਰਵਣ ਕਰਨ ਜਾ ਰਹੇ ਹਾਂ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੂਪਾ ਸੁਤ ਸਧੂ ਪਿਤਾ ਦਵੈ ਸਿੱਖ ਤੇ ਖਾਨਾ। ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗਏ ਨਾ ਮਾਲਵੇ ਦੀ ਧਰਤੀ ਤੇ ਭਾਈ ਰੂਪਾ ਜੀ ਤੇ ਭਾਈ ਸੱਧੂ ਜੀ ਨਾਮ ਦੇ ਜਿਹੜੇ ਦੋ ਸਿੱਖ ਸਨ, ਪਿਤਾ ਤੇ ਪੁੱਤਰ, ਇਹ ਤਰਖਾਣ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਤੇ ਮਹਾਰਾਜ ਦੇ ਅਨੰਨ ਸਿੱਖ ਬੜੇ ਭਾਰੀ ਸ਼ਰਧਾਲੂ ਹਨ। ਜਿਨ ਖਸਟਮ ਪਤ ਸਾਹੋ ਕੋ ਰੀਝਾਵਨ ਠਾਨਾ। ਇਹਨਾਂ ਦੋਨਾਂ ਪਿਤਾ ਤੇ ਪੁੱਤਰ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਕੇ ਪ੍ਰਸੰਨ ਕੀਤਾ ਤੇ ਸਤਿਗੁਰੂ ਇਹਨਾਂ ਦੇ ਉੱਪਰ ਬਹੁਤ ਭਾਰੀ ਸੇਵਾ ਤੋਂ ਪ੍ਰਸੰਨ ਹੋਏ ਹਨ। ਜੇਠ ਦੁਪਹਿਰੇ ਤਪਤ ਅਤ ਜਲ ਸੀਤਲ ਜਾਣੇ। ਸੋ ਜੇਠ ਦੇ ਮਹੀਨੇ ਦੇ ਵਿੱਚ ਕੱਲ ਆਪਾਂ ਸਾਖੀ ਸਰਵਣ ਕਰ ਚੁੱਕੇ ਹਾਂ ਕਿ ਖੇਤਾਂ ਵਿੱਚ ਖੇਤੀ ਕਰਨ ਵਾਸਤੇ ਗਏ, ਜਲ ਦਾ ਘੜਾ ਭਰ ਕੇ ਛਾਵੇਂ ਰੱਖ ਲਿਆ ਵੀ ਛਕ ਲਵਾਂਗੇ ਜਦੋਂ ਪਿਆਸ ਲੱਗੇਗੀ। ਜਦੋਂ ਪਿਆਸ ਲੱਗੀ ਘੜੇ ਨੂੰ ਹੱਥ ਲਾਇਆ, ਠੰਡਾ ਜਲ ਵੇਖ ਕੇ ਸੋਚਿਆ ਵੀ ਇਹ ਤੇ ਮੀਰੀ ਪੀਰੀ ਦੇ ਮਾਲਕ ਛਕਣ ਤੇ ਤਾਂ ਸਾਡੀ ਸੇਵਾ ਸਫਲੀ ਹੋਵੇ। ਦੋਨੇ ਜਾਣੇ ਘੜੇ ਦੇ ਕੋਲ ਹੀ ਬੈਠ ਗਿਆ, ਜਲ ਨਹੀਂ ਛਕਿਆ, ਛੇਵੇਂ ਪਾਤਸ਼ਾਹ ਦਾ ਜਾਪ ਕਰਨ ਲੱਗ ਪਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਹਨਾਂ ਦੀ ਭਾਵਨਾ ਵੇਖ ਕੇ ਫਿਰ ਜਲ ਮੰਗ ਕੇ ਛਕਿਆ ਤੇ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ। ਇਹ ਕੱਲ ਆਪਾਂ ਸਾਖੀ ਸਰਵਣ ਕੀਤੀ ਹੈ, ਅੱਜ ਕੇਵਲ ਇਸ਼ਾਰਾ ਮਾਤਰ ਬਚਨ ਯਾਦ ਆ ਜਾਣ ਇਸ ਕਰਕੇ ਸੁਣਾਏ। ਸੋ ਕਹਿਣ ਲੱਗੇ ਵੀ ਜੇਠ ਦਾ ਮਹੀਨਾ ਸੀ, ਅਤਿਅੰਤ ਗਰਮੀ ਦਾ, ਤੇ ਦੁਪਹਿਰ ਦਾ ਸਮਾਂ ਸੀ। ਇਹ ਦੋਨੇ ਸਿੱਖਾਂ ਨੂੰ ਜਿਸ ਵੇਲੇ ਪਿਆਸ ਲੱਗੀ ਹੈ, 30 ਕੋਸ ਤਬ ਗੁਰ ਹੋਤੇ ਆਵਾਹਨ ਠਾਨੇ। ਉਸ ਵੇਲੇ ਜਦੋਂ ਜਲ ਛਕਣ ਲੱਗੇ, ਠੰਡਾ ਜਲ ਵੇਖ ਕੇ ਸੋਚਿਆ ਛੇਵੇਂ ਪਾਤਸ਼ਾਹ ਛਕਣ ਤੇ ਫਿਰ ਬਹੁਤੀ ਸੇਵਾ ਸਾਡੀ ਪ੍ਰਵਾਨ ਹੋਵੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਹਨਾਂ ਤੋਂ 30 ਕੋਹ ਦੂਰ ਤੇ ਸਨ। 30 ਕੋਹ ਦਾ ਪੈਂਡਾ ਮਹਾਰਾਜ ਇੰਨੀ ਦੂਰ ਸਨ। ਪਰ ਜਦੋਂ ਇਹਨਾਂ ਨੇ ਭਾਵਨਾ ਨਾਲ ਯਾਦ ਕੀਤਾ, ਸਤਿਗੁਰਾਂ ਨੂੰ ਸੱਦਿਆ ਨਾ ਆਪਣੇ ਕੋਲ, ਤੇ ਪਾਤਸ਼ਾਹ ਫਿਰ ਇਹਨਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਸੁੰਦਰ ਘਰ ਸੀਤਲ ਵਿਖੈ ਥਿਰ ਹੋਤੇ ਪ੍ਰਿਯੰਕਾ। ਇਸ ਵੇਲੇ ਮਹਾਰਾਜ ਬੜੇ ਠੰਡੇ ਘਰ ਵਿੱਚ ਦੁਪਹਿਰ ਦੇ ਸਮੇਂ ਪਾਣੀ ਦਾ ਛਿੜਕਾਅ ਕਰਕੇ ਠੰਡਾ ਕਮਰਾ ਕੀਤਾ, ਉੱਥੇ ਪਲੰਘੇ ਤੇ ਬਰਾਜੇ ਸਨ ਤੇ ਸੰਗਤਾਂ ਤੇ ਸਿੱਖ ਸੇਵਾ ਕਰ ਰਹੇ। ਪਰ ਮਹਾਰਾਜ ਨੇ ਨਾ ਤੇ ਠੰਡੇ ਕਮਰੇ ਦੀ ਵਿਚਾਰ ਕੀਤੀ ਹੈ, ਨਾ ਪੱਖਿਆਂ ਦੀ ਹਵਾ ਦੀ ਵਿਚਾਰ ਕੀਤੀ। ਜਦੋਂ ਵੇਖਿਆ ਨਾ ਵੀ ਸਿੱਖ ਯਾਦ ਕਰਦੇ ਪਏ, ਉਸੇ ਵੇਲੇ ਮਹਾਰਾਜ ਚੱਲ ਪਏ ਹਨ। ਆਪਣੇ ਮਹਿ ਲਖ ਪ੍ਰੇਮ ਕੋ ਧਾਏ ਤਜ ਸ਼ੰਕਾ। ਸਤਿਗੁਰਾਂ ਨੇ ਵੇਖਿਆ ਵੀ ਇਹਨਾਂ ਦਾ ਪ੍ਰੇਮ ਸਾਡੇ ਵਿੱਚ ਭਾਵਨਾ ਹੈ। ਭਾਵਨਾ ਜਾਣ ਕੇ ਮਹਾਰਾਜ ਉਸੇ ਵੇਲੇ ਘੋੜੇ ਦੇ ਉੱਪਰ ਚੜ੍ਹ ਕੇ ਤੇ ਚੱਲ ਪਏ ਹਨ। ਤਜ ਸਭ ਸੁਖ ਇੱਕ ਛਿਨਕ ਮੈਂ ਪਹੁੰਚਨ ਬਲ ਮਾਹੀ। ਸਤਿਗੁਰਾਂ ਨੇ ਸਾਰੇ ਸੁੱਖ ਛੱਡ ਦਿੱਤੇ। ਇਸ ਵੇਲੇ ਸੁੱਖ ਦੀ ਲੋੜ ਨਹੀਂ ਹੈ ਕਿ ਕੋਈ ਸੁੱਖ, ਇਹ ਠੰਡੀ ਹਵਾ, ਇਹ ਠੰਡਾ ਕਮਰਾ, ਜਾਂ ਅਸੀਂ ਆਰਾਮ ਕਰਦੇ ਨਹੀਂ। ਸਿੱਖਾਂ ਦੀ ਭਾਵਨਾ ਵੇਖ ਕੇ ਸਭ ਕੁਝ ਛੱਡ ਕੇ ਮਹਾਰਾਜ ਉਸੇ ਵੇਲੇ ਚੱਲ ਪਏ ਹਨ। ਭਏ ਤ੍ਰਿਖਾ ਤੁਰ ਜਾਚ ਤੇ ਪਾਣੀ ਕਿਸ ਪਾਹੀ। ਤੇ ਸਤਿਗੁਰੂ ਪਾਤਸ਼ਾਹ ਜਦੋਂ ਪਹੁੰਚ ਗਏ ਨਾ ਸਿੱਖਾਂ ਦੇ ਕੋਲ, ਇਹ ਦੋਨੇ ਜਾਣੇ ਆ ਲੇਟੇ ਹੋਏ ਧਰਤੀ ਦੇ ਉੱਪਰ।
ਆਪਣੇ ਆਪ ਦੀ ਹੋਸ਼ ਹੀ ਕੋਈ ਨਹੀਂ ਹੈ। ਮਹਾਰਾਜ ਨੇ ਆਪਣੀ ਆਵਾਜ਼ ਦੇ ਨਾਲ ਬਲ ਬਖਸ਼ਿਆ, ਆਵਾਜ਼ ਦਿੱਤਾ, ਜਾ ਕੇ ਕਹਿਣ ਲੱਗੇ ਭਾਈ ਸਾਨੂੰ ਪਿਆਸ ਲੱਗੀ ਹੈ, ਕੋਈ ਹੈ ਸਿੱਖ ਜਿਹੜਾ ਸਾਨੂੰ ਜਲ ਛਕਾਵੇ। ਇਸ ਤਰ੍ਹਾਂ ਜਾ ਕੇ ਜਲ ਮੰਗਿਆ ਹੈ। ਸੁਤ ਪਿਤ ਮੁਦਤ ਸੁਚਿਤ ਮਹਿ ਉਠ ਕਰ ਤਤਕਾਲ। ਜਦੋਂ ਮਹਾਰਾਜ ਨੇ ਪਾਣੀ ਮੰਗਿਆ, ਪੁੱਤਰ ਨੇ ਭਾਈ ਰੂਪ ਚੰਦ ਜੀ, ਪਿਤਾ ਨੇ ਭਾਈ ਸੱਧੂ ਜੀ, ਦੋਨੇ ਜਾਣੇ ਬੜੇ ਖੁਸ਼ ਹੋਏ ਆਵਾਜ਼ ਸੁਣ ਕੇ। ਸਾਡੀ ਤੇ ਸੇਵਾ ਸਫਲੀ ਹੋ ਗਈ, ਭਾਵਨਾ ਸਾਡੀ ਸਫਲੀ ਹੋ ਗਈ। ਮਹਾਰਾਜ ਆਪ ਆ ਗਏ ਜਲ ਛਕਣ ਵਾਸਤੇ। ਛੇਤੀ ਦੇ ਨਾਲ ਉਸ ਵੇਲੇ ਉੱਠ ਕੇ ਸਾਵਧਾਨ ਹੋਏ ਹਨ। ਸੀਤਲ ਜਲ ਦੀਨੋ ਪਿਓ ਗੁਰ ਆਨੰਦ ਵਿਸਾਲ। ਸਤਿਗੁਰਾਂ ਨੂੰ ਸੀਤਲ ਜਲ ਛਕਾਇਆ, ਠੰਡਾ ਜਲ ਛਕਾਇਆ, ਤੇ ਮਹਾਰਾਜ ਨੇ ਬੜੇ ਆਨੰਦ ਦੇ ਨਾਲ ਇਹਨਾਂ ਦੇ ਕੋਲੋਂ ਲੈ ਕੇ ਜਲ ਘੜੇ ਦਾ ਛਕਿਆ ਹੈ। ਦੇਗ ਕਰੋ ਤਜ ਦੇਹੋ ਕ੍ਰਿਤ ਪ੍ਰਭ ਬਾਕ ਬਖਨ। ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਹੁਣ ਇਹ ਖੇਤੀ ਦਾ ਕੰਮ, ਇਹ ਸੰਸਾਰੀ ਧੰਦੇ ਛੱਡ ਦਿਓ। ਮਹਾਰਾਜ ਕੀ ਹੁਕਮ ਹੈ? ਪਾਤਸ਼ਾਹ ਕਹਿੰਦੇ ਹੁਣ ਲੰਗਰ ਚਲਾਇਆ ਕਰੋ ਭਾਈ, ਹੁਣ ਤੁਹਾਨੂੰ ਇਹ ਸੇਵਾ ਅਸੀਂ ਬਖਸ਼ੀ, ਤੁਹਾਡੀ ਸੇਵਾ ਪ੍ਰਵਾਨ ਹੋਈ ਹੈ। ਗੁਰੂ ਕਿਉ ਸਿੱਖੋ, ਹੁਣ ਲੰਗਰ ਦੀ ਸੇਵਾ ਚਲਾਓ ਭਾਈ, ਸੰਗਤਾਂ ਦੀ ਸੇਵਾ ਕਰੋ। ਤਬ ਤੇ ਸਤ ਸੰਗਤ ਅਧਿਕ ਤਿਨ ਸਿੱਖਨ ਠਨ। ਤੇ ਮਹਾਰਾਜ ਜੀ ਦਾ ਬਚਨ ਮੰਨ ਕੇ ਉਸੇ ਦਿਨ ਤੋਂ ਹੀ, ਜਿਸ ਦਿਨ ਮਹਾਰਾਜ ਨੇ ਜਲ ਛਕ ਕੇ ਆਖਿਆ ਨਾ ਵੀ ਸੰਗਤ ਕਰੋ, ਲੰਗਰ ਲਾਓ, ਬਚਨ ਮੰਨਿਆ ਮਹਾਰਾਜ ਸਾਹਿਬ ਜੀ ਦਾ, ਉਸੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਇਹਨਾਂ ਨੇ ਸੰਗਤ ਕਰਨੀ, ਨਾਮ ਜਪਣਾ ਤੇ ਲੰਗਰ ਲਾਉਣੇ। ਸਾਰੀਆਂ ਸੇਵਾਵਾਂ ਇਹਨਾਂ ਗੁਰਮੁਖਾਂ ਨੇ ਸ਼ੁਰੂ ਕੀਤੀਆਂ ਹਨ। ਤਿਨ ਕੀ ਕੁਲ ਬਰਦਕ ਹੁਤੇ ਤਵੈ ਸਪੂਤਾ। ਇਹਨਾਂ ਦੀ ਕੁਲ ਫਿਰ ਅੱਗੇ ਵਧੀ ਗੁਰਮੁਖੋ। ਭਾਈ ਰੂਪ ਚੰਦ ਦੀ ਕੁਲ ਅੱਗੇ ਵਧੀ, ਪੁੱਤਰ ਹੋਏ, ਪੋਤਰੇ ਹੋਏ, ਪੜੋਤਰੇ ਹੋਏ, ਅੱਗੇ ਤੋਂ ਅੱਗੇ ਖਾਨਦਾਨ ਵਧਿਆ। ਮਹਾਰਾਜ ਦੀ ਸੇਵਾ ਕਰਕੇ ਐਸੀ ਪ੍ਰਸੰਨਤਾ ਲਈ ਹੈ। ਸੁਨ ਕੈ ਗੁਰ ਆਗਵਨ ਕੋ ਅਰ ਜੰਗ ਬਹੁਤਾ। ਜਦੋਂ ਇਹਨਾਂ ਦੇ ਅੱਗੇ ਪਰਿਵਾਰ ਦੇ ਵਿੱਚ ਪੁੱਤ ਪੋਤਰਿਆਂ ਨੇ ਸੁਣਿਆ ਨਾ ਵੀ 10ਵੇਂ ਪਾਤਸ਼ਾਹ ਹੈ, ਇਹ ਸਾਖੀ ਤਾਂ ਸਰਵਨ ਕਰਵਾਈ ਹੈ ਕਿ ਸਾਨੂੰ ਪਿਛਲਾ ਇਤਿਹਾਸ ਚੇਤੇ ਆ ਜਾਵੇ। ਇਹਨਾਂ ਦੇ ਵੱਡ ਵਡੇਰਿਆਂ ਨੇ 6ਵੇਂ ਪਾਤਸ਼ਾਹ ਦੀ ਸੇਵਾ ਕੀਤੀ, ਭਾਈ ਰੂਪ ਚੰਦ ਨੇ ਤੇ ਭਾਈ ਸੱਧੂ ਜੀਆਂ ਨੇ। ਹੁਣ ਇਹ ਉਹਨਾਂ ਦੇ ਗਾਂ ਪੋਤਰੇ ਨੇ। ਜਦੋਂ ਇਹਨਾਂ ਨੇ ਸੁਣਿਆ ਨਾ ਵੀ ਸਾਡੇ ਇਲਾਕੇ ਵਿੱਚ 10ਵੇਂ ਪਾਤਸ਼ਾਹ ਆਏ ਜੰਗ ਕਰਕੇ, ਚਮਕੌਰ ਦੇ ਵਿੱਚੋਂ ਆਏ ਨੇ, ਜਦੋਂ ਇਹਨਾਂ ਨੇ ਸੁਣਿਆ ਵੀ ਮਹਾਰਾਜ ਨੇ ਬੜਾ ਵੱਡਾ ਜੰਗ ਕੀਤਾ ਤੇ ਸਾਡੇ ਕੋਲ ਆਏ ਹਨ, ਸਾਹਿਬਜ਼ਾਦੇ ਚਾਰਹੂ ਪਰਲੋਕ ਪਧਾਰੇ। ਇਹਨਾਂ ਨੂੰ ਇਹ ਵੀ ਪਤਾ ਲੱਗਾ ਵੀ 4 ਸਾਹਿਬਜ਼ਾਦੇ ਮਹਾਰਾਜ ਜੀਆਂ ਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਵੀ 4 ਹੀ ਮਹਾਰਾਜ ਦੇ ਸਾਹਿਬਜ਼ਾਦੇ ਸੱਚਖੰਡ ਚਲੇ ਗਏ। ਪਤਾ ਲੱਗ ਗਿਆ ਇਹਨਾਂ ਨੂੰ। ਭਾਈ ਰੂਪ ਚੰਦ ਦੇ ਕੁਲ ਦੇ ਵਿੱਚ ਸਨ, ਉਹਦਾ ਨਾਮ ਸੀ ਗੁਰਮੁਖੋ ਉਹਨਾਂ ਦਾ ਭਾਈ ਪਰਮ ਸਿੰਘ ਤੇ ਭਾਈ ਧਰਮ ਸਿੰਘ। ਇਹ 2 ਸਿੱਖ ਸਨ ਮਹਾਰਾਜ ਜੀਆਂ ਦੇ। ਇਹਨਾਂ ਨੂੰ ਪਤਾ ਲੱਗਾ ਵੀ 10ਵੇਂ ਪਾਤਸ਼ਾਹ ਸਾਡੇ ਇਲਾਕੇ ਵਿੱਚ ਆਏ ਨੇ ਤੇ ਮਹਾਰਾਜ ਦੇ 4 ਸਾਹਿਬਜ਼ਾਦੇ ਸੱਚਖੰਡ ਜਾ ਚੁੱਕੇ। ਗੁਰਮੁਖੋ ਅੱਜ ਆਪਾਂ ਨੂੰ ਮਹਾਰਾਜ ਜੀਆਂ ਦੇ ਸਪੁੱਤਰ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ। ਅੱਜ ਦੇ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਉਸ ਵੇਲੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਹੋਇਆ। ਅੱਜ ਦੇ ਦਿਨ ਸੰਸਾਰ ਤੇ ਆਏ ਅਤੇ ਛੋਟੀ ਉਮਰਾਂ ਦੇ ਵਿੱਚ ਵੱਡਾ ਸਾਕਾ ਕਰਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਹੋਇਆ ਸਮੇਂ ਦੀ ਸਰਕਾਰ ਵੱਲੋਂ। ਨੀਹਾਂ ਵਿੱਚ ਚਿਣ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਐਸੇ ਸਾਹਿਬਜ਼ਾਦੇ ਦਾ ਅੱਜ ਸਾਨੂੰ ਜਨਮ ਦਿਹਾੜਾ ਵੀ ਪ੍ਰਾਪਤ ਹੋ ਰਿਹਾ ਹੈ। ਸਤਿ ਸ਼੍ਰੀ ਅਕਾਲ। ਇਸ ਤਰ੍ਹਾਂ ਦੀ ਵੱਡੀ ਕਰਨੀ ਵਾਲੇ ਇਹ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਮਹਾਂਪੁਰਖ ਨੇ, ਭਾਈ ਪੂਰਨ ਅਵਤਾਰ ਨੇ। ਬੜੀ ਭਗਤੀ ਹੈ ਇਹਨਾਂ ਦੀ, ਜੋ ਐਸੀ ਸੇਵਾ ਇਹਨਾਂ ਨੇ ਕਮਾਈ ਹੈ। ਰੋ ਵਿਚਾਰ, ਇਹ ਜਿਹੜੇ ਭਾਈ ਰੂਪ ਚੰਦ ਦੇ ਕੁਲ ਦੇ ਵਿੱਚੋਂ ਹੋਏ ਨਾ ਪਰਮ ਸਿੰਘ, ਧਰਮ ਸਿੰਘ, ਇਹਨਾਂ ਨੇ ਸੁਣਿਆ ਵੀ 10ਵੇਂ ਪਾਤਸ਼ਾਹ ਸਾਡੇ ਇਲਾਕੇ ਵਿੱਚ ਆਏ ਨੇ, ਔਰ ਇਹ ਵੀ ਪਤਾ ਲੱਗਾ ਵੀ ਮਹਾਰਾਜ ਦੇ 4 ਸਾਹਿਬਜ਼ਾਦੇ ਸਰੀਰ ਛੱਡ ਗਏ ਨੇ, ਸੱਚਖੰਡ ਚਲੇ ਗਏ। ਜਦੋਂ ਇਹ ਪਤਾ ਲੱਗਾ ਹੈ, ਬਿਸਮਾਨੇ ਮਨ ਮੈਂ ਮਹਾ ਬੜ ਗਜ਼ਬ ਗੁਜ਼ਾਰੇ। ਇਹ ਮਨ ਵਿੱਚ ਬੜੇ ਹੈਰਾਨ ਨੇ, ਬੜੇ ਪਰੇਸ਼ਾਨ ਨੇ ਵੀ ਇਹ ਤੇ ਬੜਾ ਹੀ ਵੱਡਾ ਗਜਬ ਹੋਇਆ ਹੈ, ਬੜਾ ਵੱਡਾ ਦੁੱਖ ਵਾਲੀ ਗੱਲ ਹੋਈ ਹੈ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਹੁਣ ਜਿਹੜੇ ਮਹਾਂਪੁਰਖ ਹੋਇਆ ਕਰਦੇ ਨਾ ਗੁਰਮੁਖੋ, ਉਹਨਾਂ ਦੇ ਵਾਸਤੇ ਤੇ ਸਭ ਬਰਾਬਰ ਹੈ, ਪਰ ਜਿਹੜੇ ਸਾਡੇ ਵਰਗੇ ਸੰਸਾਰੀ ਲੋਕ ਨੇ ਉਹਨਾਂ ਵਾਸਤੇ ਦੁੱਖ ਸੁੱਖ ਬਣਿਆ ਹੋਇਆ। ਇਹ ਭਾਈ ਧਰਮ ਸਿੰਘ ਨੇ ਸੋਚਿਆ ਵੀ ਇਹ ਤੇ ਬੜਾ ਗਜਬ ਵਾਲਾ, ਕਹਿਰ ਵਾਲਾ ਸਮਾਂ ਵਾਪਰਿਆ ਵੀ 4 ਪੁੱਤਰ ਦਿੱਤੇ ਪ੍ਰਮਾਤਮਾ ਨੇ, ਇੱਕ ਵੀ ਕੋਲ ਨਹੀਂ ਹੈ, 4 ਹੀ ਚੜ੍ਹਾਈ ਕਰ ਗਏ। ਇਹ ਗੱਲ ਸੁਣ ਕੇ ਬੜੇ ਉਸ ਵੇਲੇ ਪਰੇਸ਼ਾਨ ਹੋਏ ਹਨ। ਪਰਮ ਸਿੰਘ ਅਰ ਧਰਮ ਸਿੰਘ ਬੜ ਭਗਤੀ ਵਨੇ। ਇਹ ਦੋਨੇ ਸਿੱਖ ਮਹਾਰਾਜ ਦੇ, ਇੱਕ ਦਾ ਨਾਮ ਹੈ ਭਾਈ ਪਰਮ ਸਿੰਘ, ਇੱਕ ਦਾ ਨਾਮ ਹੈ ਭਾਈ ਧਰਮ ਸਿੰਘ। ਇਹ ਤਰਖਾਣ ਜਾਤੀ ਦੇ ਨਾਲ ਸੰਬੰਧ ਰੱਖਦੇ।
ਤੇ ਬੜੀ ਭਗਤੀ ਕਰਨ ਵਾਲੇ ਗੁਰੂ ਕੇ ਸਿੱਖ, ਬੜੀ ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੀਆਂ ਪਵਿੱਤਰ ਰੂਹਾਂ ਹਨ। ਹਿਤ ਦਰਸ਼ਨ ਕੇ ਤਿਆਰ ਭੇ ਧਰ ਪ੍ਰੇਮ ਮਹਾਨੇ। ਇਹਨਾਂ ਦੇ ਮਨ ਵਿੱਚ ਵਿਚਾਰ ਆਈ ਵੀ ਆਪਾਂ ਚੱਲੀਏ, 10ਵੇਂ ਪਾਤਸ਼ਾਹ ਕੋਲ ਹੀ ਆਏ ਨੇ ਦੀਨੇ ਕਾਂਗੜ, ਚੱਲੀਏ ਜਾ ਕੇ ਦਰਸ਼ਨ ਕਰੀਏ ਮਹਾਰਾਜ ਦੇ, ਨਾਲੇ ਜਾ ਕੇ ਬਚਨ ਬਿਲਾਸ ਕਰਾਂਗੇ। ਦੋਨੇ ਭਾਈ ਜਿਹੜੇ ਨਾ ਪਰਮ ਸਿੰਘ ਧਰਮ ਸਿੰਘ ਦਰਸ਼ਨ ਕਰਨ ਵਾਸਤੇ ਉਸ ਵੇਲੇ ਆਉਣ ਲੱਗੇ ਹਨ। ਕਿਤਕ ਸਿੱਖ ਲੈ ਸੰਗ ਮੈਂ ਮੁਖ ਸ਼ਬਦ ਸੋ ਗਾਵੇਂ। ਜਦੋਂ ਚੱਲਣ ਲੱਗੇ ਨਾ ਤੇ ਬਾਕੀ ਸੰਗਤਾਂ ਨੇ ਪੁੱਛਿਆ ਵੀ ਕਿੱਥੇ ਚੱਲੇ, ਕਹਿੰਦੇ ਜੀ 10ਵੇਂ ਪਾਤਸ਼ਾਹ ਆ ਗਿਆ ਦੀਨੇ ਕਾਂਗੜ ਤੇ ਅਸੀਂ ਚੱਲੇ ਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ। ਸੰਗਤਾਂ ਕਹਿਣ ਲੱਗੀਆਂ ਵੀ ਸਾਨੂੰ ਵੀ ਨਾਲ ਲੈ ਕੇ ਚੱਲੋ, ਅਸੀਂ ਵੀ ਦਰਸ਼ਨ ਕਰਨੇ। ਸੰਗਤ ਵਿੱਚੋਂ ਇੱਕ ਪ੍ਰਾਣੀ ਤਿਆਰ ਹੋਇਆ, 2 ਤਿਆਰ ਹੋਏ, ਕਿੰਨੀਆਂ ਹੀ ਸੰਗਤਾਂ ਤਿਆਰ ਹੋ ਪਈਆਂ ਚੱਲਣ ਵਾਸਤੇ। ਕਹਿੰਦੇ ਚਲੋ ਭਾਈ ਹੁਣ ਜਾਣਾ ਤੇ ਹੈ, ਚਰਨ ਸ਼ਰਨ ਗੋਰੇ ਇੱਕ ਪੈਂਡਾ ਜਾਏ ਚੱਲ। ਹੁਣ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਜਾਣਾ, ਲੈ ਲਓ ਆਪਣੇ ਨਾਲ ਢੋਲਕੀਆਂ ਛੈਣੇ, ਆਪਾਂ ਕੀਰਤਨ ਕਰਦੇ ਚੱਲੀਏ, ਬਾਣੀ ਪੜ੍ਹਦੇ। ਬਾਣੀ ਦਾ ਬਚਨ ਹੈ, ਊਠਤ ਬੈਠਤ ਸੋਵਤ ਨਾਮ ਕਹੋ ਨਾਨਕ। ਪ੍ਰਭ ਕੈ ਸਦਕਾ ਊਠਤ ਬੈਠਤ ਹਰ ਹਰ ਧਿਆਈਐ ਮਾਰਗ ਚਲਤ। ਹੁਣ ਆਪਾਂ ਗੁਰੂ ਦੇ ਦਰ ਜਾਣਾ ਦਿਦਾਰਾ ਕਰਨ ਵਾਸਤੇ, ਕਿਉਂ ਨਾ ਹੋਵੇ ਗੁਰਬਾਣੀ ਦੇ ਕੀਰਤਨ ਕਰਦੇ ਚੱਲੀਏ, ਸ਼ਬਦ ਪੜ੍ਹਦੇ ਚੱਲੀਏ, ਆਪਣਾ ਵੀ ਭਲਾ ਹੋਵੇ ਤੇ ਜਿਹੜੇ ਸੁਣਨਗੇ ਉਹਨਾਂ ਦਾ ਵੀ ਭਲਾ ਹੋਵੇ। ਐਸੀ ਵਿਚਾਰ ਕਰਕੇ ਸੰਗਤਾਂ ਵੀ ਚੱਲ ਪਈਆਂ, ਲੈ ਲੈ ਨਾਲ ਇਹਨਾਂ ਢੋਲਕੀਆਂ ਛੈਣੇ ਚਿਮਟੇ ਤੇ ਲੱਗ ਪਏ ਕੀਰਤਨ ਕਰਨ, ਸ਼ਬਦ ਪੜ੍ਹਨ ਚੱਲ ਪਏ ਹਨ। ਬਾਰੀ ਬਾਰੀ ਪੜਤ ਹੈ ਕਰ ਜੋਟੀ ਆਵੇਂ। ਵਾਰੀ ਬੰਨ ਲਈ ਵੀ ਇੱਕ ਸ਼ਬਦ ਪਹਿਲਾਂ ਮੈਂ ਪੜਾਂਗਾ, ਫਿਰ ਦੂਜਾ ਸਿੰਘ, ਜਿਵੇਂ ਆਪਾਂ ਪ੍ਰਭਾਤ ਫੇਰੀਆਂ ਕੱਢਦੇ ਨਾ ਅੰਮ੍ਰਿਤ ਵੇਲੇ, ਤੇ ਸੰਗਤਾਂ ਵਾਰੀ ਸ਼ਬਦ ਪੜ੍ਹਦੀਆਂ, ਗੁਰਬਾਣੀ ਦੇ ਸ਼ਬਦ ਇੱਕ ਦੂਜੇ ਨੂੰ ਸਰਵਣ ਕਰਵਾਉਂਦੇ। ਸਭ ਦਾ ਭਲਾ ਕੋਈ ਗਾਵੇ ਉਹ ਸੁਣੈ, ਹਰਨਾਮਾ ਚਿੱਤ ਲਾਏ। ਕੋਈ ਵੀ ਅੱਖਰ ਅਸੀਂ ਸੁਣ ਲਿਆ ਜਾਂ ਪੜ੍ਹ ਲਿਆ, ਜਿਸ ਅੱਖਰ ਵਿੱਚ ਚਿੱਤ ਲੱਗ ਗਿਆ ਉਹਨੇ ਭਲਾ ਕਰ ਦੇਣਾ। ਕਿਨਕਾ ਇੱਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਖਨੀ ਨਾ ਆਵੇ। ਇਹ ਜਿਹੜੀ ਆਪਾਂ ਬਾਣੀ ਪੜ੍ਹਦੇ ਆ ਨਾ, ਵਾਰ-ਵਾਰ ਨਿਤਨੇਮ ਕਰਦੇ ਆ, ਸਿਮਰਨ ਕਰਦੇ ਆ, ਸੰਗਤ ਕਰਦੇ ਆ, ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਇਹਦੇ ਇੰਨਾ ਸੁਣਨ ਤੋਂ ਬਾਅਦ ਵਿੱਚ ਇੱਕ ਵੀ ਅੱਖਰ ਕਿਤੇ ਆ ਗਿਆ ਨਾ ਸਾਡੇ ਮਨ ਦੇ ਟਿਕਾ ਦੇ ਵਿੱਚ, ਉਸੇ ਨੇ ਸਾਡਾ ਭਲਾ ਕਰ ਦੇਣਾ ਹੈ। ਰੋਹ ਵਿਚਾਰ ਇਹ ਹੈ, ਕਹਿਣ ਲੱਗੇ ਵੀ ਵਾਰੀ ਸ਼ਬਦ ਪੜ੍ਹਨ ਲੱਗ ਪਏ। ਇੱਕ ਸਿੱਖ ਨੇ ਪਹਿਲਾਂ ਸ਼ਬਦ ਪੜ੍ਹਿਆ, ਜਦੋਂ ਸ਼ਬਦ ਸੰਪੂਰਨ ਹੋਇਆ ਫਿਰ ਦੂਜੇ ਨੇ ਪੜ੍ਹਿਆ, ਫਿਰ ਤੀਜੇ ਨੇ ਪੜ੍ਹਿਆ, ਵਾਰੀ ਸ਼ਬਦ ਪੜ੍ਹਦਿਆਂ ਚੱਲ ਪਏ ਹਨ। ਮਗ ਉਲੰਘ ਸਭ ਇਸ ਵਿਧੀ ਪਹੁੰਚੇ ਤਹ ਇਸ ਤਰ੍ਹਾਂ ਰਸਤਾ ਉਲੰਘ ਕੇ ਚੱਲ ਪਏ ਆਪਣੇ ਨਗਰ ਤੋਂ, ਤੇ ਚਲਦਿਆਂ ਪੈਂਡਾ ਤੈਅ ਕਰਦਿਆਂ ਸ਼ਬਦ ਪੜ੍ਹਦਿਆਂ। ਉਸ ਵੇਲੇ ਬਹੁਤੇ ਲੋਕ ਗੁਰਮੁਖੋਂ ਪੈਦਲ ਹੀ ਜਾਇਆ ਕਰਦੇ, ਜਾਂ ਗੱਡੇ ਦੀ ਸਵਾਰੀ ਵੱਧ ਤੋਂ ਵੱਧ ਹੋਇਆ ਕਰਦੀ, ਜਾਂ ਕੋਈ ਥੋੜਾ ਧਨਾੜ ਵਿਅਕਤੀ ਹੈ ਤੇ ਉਹਦੇ ਕੋਲ ਆਪਾਂ ਕਹਿ ਲਈਏ ਵੀ ਘੋੜੀ ਵਗੈਰਾ ਜਾਂ ਊਠ ਦੀ ਸਵਾਰੀ ਹੋਇਆ ਕਰਦੀ ਹੈ। ਇਹੋ ਜਿਹੀਆਂ ਸਵਾਰੀਆਂ ਸਨ ਉਹਨਾਂ ਸਮਿਆਂ ਦੇ ਵਿੱਚ। ਤੇ ਉਸ ਵੇਲੇ ਗੁਰਮੁਖ ਹੋਏ ਚੱਲ ਪਏ, ਹੌਲੀ ਰਸਤਾ ਸਾਰਾ ਇਹਨਾਂ ਨੇ ਪਾਰ ਕੀਤਾ ਹੈ। ਉੱਚੀ ਧੁਨ ਤੇ ਗਾਵਤੇ ਅਨੁਰਾਗ ਵਧੈਕੈ। ਬੜੀ ਭਾਵਨਾ ਨਾਲ ਉੱਚੀ ਧੁਨ ਦੇ ਵਿੱਚ ਸ਼ਬਦ ਪੜ੍ਹਦੇ, ਸੁਣਾ ਕੇ ਸਾਰੀ ਸੰਗਤ ਭਾਵਨਾ ਨਾਲ, ਪ੍ਰੇਮ ਹੈ ਮਨ ਦੇ ਵਿੱਚ, ਈਰਖਾ ਨਹੀਂ ਹੈ, ਜਾਂ ਦੂਜੇ ਨੂੰ ਛੁਟਿਆਨਾ ਵਿਖਾਉਣ ਵਾਸਤੇ ਨਹੀਂ। ਕਈ ਵਾਰੀ ਆਪਾਂ ਕੀ ਕਰਦੇ, ਦੂਜੇ ਨੂੰ ਛੋਟਾ ਵਿਖਾਈਏ ਤੇ ਮੈਂ ਵੱਡਾ ਬਣਾ, ਮੈਂ ਬਹੁਤੇ ਸ਼ਬਦ ਪੜ੍ਹਾਂ ਤੇ ਮੇਰਾ ਮਾਣ ਸਨਮਾਨ ਹੋਵੇ ਵੀ ਇਹ ਜ਼ਿਆਦਾ ਪੜ੍ਹਦਾ, ਦੂਜੇ ਨੂੰ ਮੈਂ ਨੀਵਾਂ ਵਿਖਾਉਣਾ। ਕਈ ਵਾਰੀ ਐਸੀ ਹੀਣਤਾ ਆ ਜਾਂਦੀ ਸਾਡੇ ਦਿਮਾਗ ਵਿੱਚ। ਗੁਰੂ ਕੇ ਸਿੱਖ ਦਾ ਐਸਾ ਚਰਿੱਤਰ ਨਹੀਂ ਹੈ, ਐਸਾ ਜੀਵਨ ਨਹੀਂ ਹੈ। ਇਹ ਜਿਹੜੀਆਂ ਸੰਗਤਾਂ ਆਉਂਦੀਆਂ ਪਈਆਂ ਦਿਦਾਰਾ ਕਰਨ ਵਾਸਤੇ, ਸਾਰੇ ਭਾਵਨਾ ਨਾਲ ਸ਼ਬਦ ਪੜ੍ਹਦੇ ਆਉਂਦੇ, ਸ਼ਰਧਾ ਨਾਲ। ਵੀ ਕੋਈ ਵੀ ਪੜ੍ਹੇ ਭਾਈ, ਬਾਣੀ ਦਾ ਮਹਾਤਮ ਪੜ੍ਹਨ ਵਾਲੇ ਨੂੰ ਵੀ ਮਿਲੇਗਾ ਤੇ ਸੁਣਨ ਵਾਲੇ ਨੂੰ ਵੀ ਮਿਲੇਗਾ। ਇਹ ਭਾਵਨਾ ਦੇ ਨਾਲ ਸ਼ਬਦ ਪੜ੍ਹਦਿਆਂ ਤੁਰੇ ਆਉਂਦੇ ਹਨ। ਚਰਨ ਸਰੋਜਨ ਕੋਤਬੈ ਦੇਖਤ ਲਪਟਾਏ। ਚਲਦਿਆਂ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜੇ ਸਨ ਚੁਬਾਰੇ ਦੇ ਵਿੱਚ, ਉੱਥੇ ਚੱਲ ਕੇ ਪਹੁੰਚ ਗਿਆ ਤੇ ਆ ਕੇ ਮਹਾਰਾਜ ਦੇ ਚਰਨ ਬੜੇ ਸੋਹਣੇ ਕਮਲ ਵਰਗੇ ਸੁੰਦਰ ਚਰਨਾਂ ਦੇ ਉੱਪਰ ਆ ਕੇ ਇਹਨਾਂ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਨੀਰ ਬਿਲੋਚਨ ਤੇ ਬਹਿ ਗਹਿ ਬਹੁ ਭਰਿਆ। ਜਦੋਂ ਇਹਨਾਂ ਨੇ ਮੱਥਾ ਟੇਕਿਆ ਨਾ ਤੇ ਗੁਰਮੁਖੋ ਉਸ ਵੇਲੇ ਇਹਨਾਂ ਦੇ ਅੱਖਾਂ ਵਿੱਚ ਅਥਰੂ ਆ ਗਏ, ਹੰਝੂ ਆ ਗਏ, ਨੇਤਰ ਭਰ ਗਏ। ਮਹਾਰਾਜ ਦੇ ਵੈਰਾਗ ਦੇ ਨਾਲ ਦਰਸ਼ਨ ਕੀਤੇ, ਇਹ ਵੈਰਾਗ ਦਾ ਜਲ ਆ ਗਿਆ ਉਸ ਵੇਲੇ ਅੱਖਾਂ ਦੇ ਵਿੱਚ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਤਰਸਦੇ ਪਏ ਸੀ, ਅੱਜ ਸਾਹਮਣੇ ਆ ਗਏ, ਮਹਾਰਾਜ ਦੀਦਾਰਾ ਕੀਤਾ। ਕਹਿਣ ਲੱਗੇ ਵੀ ਨੇਤਰਾਂ ਤੋਂ ਜਲ ਵਗਦਾ ਪਿਆ, ਗਲੇ ਭਰ ਗਏ। ਬੋਲਣਾ ਚਾਹੁੰਦੇ ਨੇ, ਬੇਨਤੀ ਕਰਨੀ ਚਾਹੁੰਦੇ ਨੇ, ਪਰ ਬੇਨਤੀ ਹੁੰਦੀ ਨਹੀਂ ਪਈ, ਗਲਾ ਸਾਥ ਨਹੀਂ ਦਿੰਦਾ ਪਿਆ। ਐਸੇ ਵੈਰਾਗ ਦੇ ਨਾਲ ਗਲੇ ਭਰ ਗਿਆ ਵੀ ਹੁਣ ਬੋਲਿਆ ਨਹੀਂ ਜਾਂਦਾ, ਕੰਠੋਂ ਮੁਖੋਂ ਕੋਈ ਸ਼ਬਦ ਹੁਣ ਨਿਕਲਦਾ ਨਹੀਂ ਹੈ। ਹਿਤ ਪਹਿਰਨ ਸਤਿਗੁਰੂ ਕੇ ਪੌਸ਼ਿਸ਼ ਸ਼ੁਭਿਆ ਨਹੀਂ। ਇਹਨਾਂ ਭਾਈ ਭਰਮ ਸਿੰਘ ਤੇ ਭਾਈ ਧਰਮ ਸਿੰਘ ਨੇ ਨਾ ਉਸ ਵੇਲੇ ਮਹਾਰਾਜ ਦੇ ਪਹਿਨਣ ਵਾਸਤੇ ਨਾ ਇੱਕ ਬਸਤਰ ਲਿਆਂਦਾ,
ਜਦੋਂ ਚੱਲੇ ਨਾ ਆਪਣੇ ਘਰ ਤੋਂ, ਉਦੋਂ ਸੋਚਿਆ ਵੀ ਮਹਾਰਾਜ ਵਾਸਤੇ ਸੋਹਣੀ ਪੁਸ਼ਾਕ ਲੈ ਕੇ ਚੱਲੀਏ, ਸੋਹਣੇ ਕੱਪੜੇ ਲੈ ਕੇ ਚੱਲੀਏ, ਵੀ ਮਹਾਰਾਜ ਸਾਡੇ ਵੱਲੋਂ ਭੇਟ ਕੀਤਾ ਹੋਇਆ ਬਸਤਰ ਆਪਣੇ ਤਨ ਤੇ ਪਾਉਣ। ਇਹ ਭਾਈ ਪਰਮ ਸਿੰਘ, ਧਰਮ ਸਿੰਘ ਦੋਨੇ ਸਿੱਖ ਭਾਈ ਰੂਪ ਚੰਦ ਦੇ ਕੁੱਲ ਵਿੱਚੋਂ, ਖਾਨਦਾਨ ਵਿੱਚੋਂ ਸੋਹਣਾ ਬਸਤਰ ਲੈ ਕੇ ਆਏ ਹਨ। ਸੇਤ ਬਸਤਰ ਸੂਖਮ ਬਹੁਤ ਸੋ ਧਰ ਅਗਵਾਨੀ। ਇਹ ਬਸਤਰ ਚਿੱਟੇ ਰੰਗ ਦਾ ਹੈ, ਚਿੱਟੇ ਰੰਗ ਦਾ ਸੋਹਣਾ ਬਸਤਰ, ਬੜਾ ਬਰੀਕ ਜਿਹਾ। ਮਹਾਰਾਜ ਸਾਹਿਬ ਜੀਆਂ ਦੇ ਪਹਿਨਣ ਵਾਸਤੇ ਇਹਨਾਂ ਨੇ ਅੱਗੇ ਰੱਖਿਆ ਵੀ ਪਾਤਸ਼ਾਹ ਸਾਡਾ ਬਸਤਰ ਆਪ ਅੰਗੀਕਾਰ ਕਰੋ, ਚਿੱਟਾ ਬਸਤਰ ਸਾਡਾ ਆਪਣੇ ਸਰੀਰ ਤੇ ਧਾਰਨ ਕਰੋ। ਇੱਕ ਤੁਰੰਗਨ ਚਪਲ ਬਹੁ ਕੁਛ ਧਨ ਪੁੰਨ ਦੀਨੇ। ਗੁਰਮੁਖੋ ਫਿਰ ਇਹਨਾਂ ਨੇ ਨਾ ਇੱਕ ਕੀਮਤੀ ਘੋੜਾ ਖਰੀਦ ਕੇ ਲਿਆਂਦਾ ਸੀ ਵੀ 10ਵੇਂ ਪਾਤਸ਼ਾਹ ਦਾ ਦਿਦਾਰਾ ਕਰਨਾ ਹੈ। ਮਹਾਰਾਜ ਨੂੰ ਸ਼ਸਤਰ ਸੋਹਣੇ ਲੱਗਦੇ, ਮਹਾਰਾਜ ਨੂੰ ਘੋੜੇ ਬੜੇ ਚੰਗੇ ਲੱਗਦੇ। ਇੱਕ ਬੜਾ ਸੋਹਣਾ ਘੋੜਾ ਖਰੀਦ ਕੇ ਲਿਆਂਦਾ ਮਹਿੰਗੇ ਮੁੱਲ ਦਾ। ਉਹ ਵੀ ਆਖਿਆ ਮਹਾਰਾਜ ਆਪਣੀ ਸੇਵਾ ਵਿੱਚ ਇਸ ਘੋੜੇ ਨੂੰ ਲਾਓ ਤੇ ਸਾਡੀ ਜੀ ਕੀਤੀ ਸੇਵਾ ਸਫਲੀ ਹੋਵੇ। ਇੱਕ ਘੋੜਾ ਭੇਟ ਕੀਤਾ ਤੇ ਸੋਹਣੇ ਚਿੱਟੇ ਰੰਗ ਦੇ ਬਸਤਰ ਪਾਉਣ ਵਾਸਤੇ ਮਹਾਰਾਜ ਜੀਆਂ ਨੂੰ ਇਹਨਾਂ ਨੇ ਅਰਪਣ ਕੀਤੇ ਹਨ। ਇਤਿਆਦਕ ਧਰ ਭੇਟ ਕੋ ਸਭ ਨਿਕਟ ਅਸੀਨੇ। ਗੁਰਮੁਖੋ ਇਹ ਭੇਟਾ ਰੱਖ ਕੇ ਨਾ ਸੰਗਤੀ ਰੂਪ ਦੇ ਵਿੱਚ ਸਾਰਿਆਂ ਨੇ ਵਾਰੀ-ਵਾਰੀ ਪਹਿਲਾਂ ਮੱਥਾ ਟੇਕਿਆ। ਮੱਥਾ ਟੇਕ ਕੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹੀ ਬੈਠ ਗਏ, ਆਪਣੀਆਂ ਆਪਣੀਆਂ ਭਟਿਆਵਾਂ ਰੱਖੀਆਂ, ਸੋਹਣੇ ਬਸਤਰ ਰੱਖ ਕੇ ਮਹਾਰਾਜ ਦੇ ਅੱਗੇ ਘੋੜਾ ਵੀ ਵਿਖਾਇਆ। ਮਹਾਰਾਜ ਇਹ ਘੋੜਾ ਤੁਹਾਡੇ ਵਾਸਤੇ ਆ, ਤੇ ਕੋਲ ਹੀ ਪਾਤਸ਼ਾਹ ਦੇ ਬੈਠ ਗਏ ਹਨ। ਹਾਏ ਹਾਏ ਕਰ ਰੁਦਤ ਭੇ ਬੜ ਸਾਂਗ ਅਰੰਭਾ। ਉਸ ਵੇਲੇ ਗੁਰਮੁਖੋ ਇਹ ਹਾਏ ਹਾਏ ਕਰਕੇ ਜਿਹਨੇ ਰੋਣ ਲੱਗ ਪਏ, ਸਾਰੇ ਜਾਣ ਜਿੰਨੇ ਆਏ ਨਾ ਰੋਣ ਲੱਗ ਪਏ, ਅੱਖਾਂ ਵਿੱਚ ਅਥਰੂ ਆ ਗਿਆ ਉਸ ਵੇਲੇ। ਹਾਏ ਬੜਾ ਮਾੜਾ ਹੋਇਆ, ਹਾਏ ਬੜਾ ਮਾੜਾ ਹੋਇਆ, ਹਾਏ ਹਾਏ ਕਰਕੇ ਰੋਂਦੇ ਪਏ। ਇਸ ਤਰ੍ਹਾਂ ਦੇ ਇਹਨਾਂ ਨੇ ਸਾਂਗ ਬਣਾਇਆ। ਮੰਨ ਲਓ ਵੀ ਇਸ ਤਰ੍ਹਾਂ ਦੇ ਇਹਨਾਂ ਨੇ ਉਸ ਵੇਲੇ ਕੌਤਕ ਕੀਤਾ। ਆਪਾਂ ਕਹਿ ਲਈ ਜਿਵੇਂ ਕੋਈ ਬਾਜੀਗਰ ਬਾਜੀ ਪਾ ਕੇ ਵਿਖਾਉਂਦਾ, ਕੋਈ ਨਾਟਕ ਕਰਨ ਵਾਲਾ ਨਾਟਕ ਕਰਕੇ ਵਿਖਾਉਂਦਾ ਹੈ ਨਾ, ਇਸ ਤਰ੍ਹਾਂ ਇਹਨਾਂ ਨੇ ਉਸ ਵੇਲੇ ਦਾ ਮਾਹੌਲ ਬਣਾ ਦਿੱਤਾ ਵੀ ਹਾਏ ਹਾਏ ਕਰਕੇ ਸਾਰੇ ਹੀ ਰੋਣ ਲੱਗ ਪਏ, ਆਪਣੇ ਵੱਲੋਂ ਇਹ ਅਫਸੋਸ ਜ਼ਾਹਰ ਕਰਦੇ ਪਏ ਵੀ ਬਹੁਤ ਮਾੜਾ ਹੋਇਆ ਹੈ। ਸਾਹਿਬਜ਼ਾਦੇ ਹੱਥ ਭਏ ਅਦਕ ਅਚੰਭਾ। ਉਸ ਵੇਲੇ ਮਹਾਰਾਜ ਬੜੇ ਹੈਰਾਨ ਹੋਏ ਵੀ ਹੁਣੇ ਇਹ ਸ਼ਬਦ ਪੜ੍ਹਦੇ ਆ ਰਹੇ ਸੀ, ਮੱਥਾ ਵੀ ਟੇਕਿਆ, ਕੋਲ ਬੈਠੇ, ਰੋਣ ਦਾ ਕਾਰਨ ਕੀ ਹੈ? ਭਾਈ ਦਇਆ ਸਿੰਘ ਨੇ ਅੱਗੇ ਹੋ ਕੇ ਪੁੱਛਿਆ ਵੀ ਸੰਗਤ ਜੀ ਸਿੱਖੋ, ਕਿਉਂ ਆਪ ਰੋਂਦੇ ਪਏ? ਪੁੱਤਰ ਤੇ ਸੁੰਦਰ ਤਨ ਸੋਹੇ। ਇਹਨਾਂ ਵਿੱਚੋਂ ਭਾਈ ਪਰਮ ਸਿੰਘ ਨੇ ਆਖਿਆ ਮਹਾਰਾਜ ਆਪ ਜੀ ਦੇ ਪੁੱਤਰ ਬੜੇ ਸੋਹਣੇ ਸਨ, ਬੜੇ ਸੁੰਦਰ ਸਰੀਰ, ਲੰਮੇ ਸੋਹਣੇ ਜਵਾਨ ਕੱਦ, ਗੋਰੇ ਚਿੱਟੇ ਰੰਗ, ਨੈਣ ਨਕਸ਼ ਬੜੇ ਸੁੰਦਰ। ਪਾਤਸ਼ਾਹ ਜੀ ਆਪ ਜੀਆਂ ਦੇ ਪੁੱਤਰ ਬਹੁਤ ਜ਼ਿਆਦੇ ਸੁੰਦਰ ਸਨ, ਬੜੇ ਸੋਹਣੇ ਉਹਨਾਂ ਦੇ ਸਰੀਰ ਤੇ ਬੜੀ ਸ਼ੋਭਾ ਪਾਉਂਦੇ ਹਨ। ਤਪ ਜਪ ਦਾਨ ਅਨੇਕ ਤੇ ਅਸ ਪਾਏ ਨ ਕੋਹੇ। ਮਹਾਰਾਜ ਜੀ ਕੋਈ ਬੰਦਾ ਲੱਖਾਂ ਸਾਲ ਤਪ ਕਰਦਾ ਰਵੇ, ਇੱਕ ਨਹੀਂ ਕਈ ਜਨਮ ਤਪ ਕਰ ਲਵੇ, ਕਈ ਜਨਮ ਤਪ ਕਰਕੇ ਵੀ ਐਸਾ ਸੁੰਦਰ ਸਰੂਪ ਨਹੀਂ ਮਿਲਦਾ ਜਿਹੜਾ ਸੁੰਦਰ ਸਰੂਪ ਆਪ ਜੀ ਦੇ ਸਾਹਿਬਜ਼ਾਦਿਆਂ ਦਾ ਹੈ। ਮਹਾਰਾਜ ਸਾਹਿਬ ਜੀ ਕੋਈ ਵਿਅਕਤੀ ਜਪ ਕਰ ਲਵੇ, ਠੰਡੇ ਪਾਣੀ ਵਿੱਚ ਖੜ ਖੜ ਕੇ ਮੰਤਰ ਸਿਆਲ ਦੀਆਂ ਰਾਤਾਂ ਵਿੱਚ ਪੜ੍ਹਦਾ ਰਵੇ, ਇੰਨੇ ਮੰਤਰ ਪੜ੍ਹਨ ਤੋਂ ਬਾਵਜੂਦ ਵੀ ਕਈ ਸਾਲ ਲਾ ਦੇਵੇ, ਕਈ ਜਨਮ ਲਾ ਦੇਵੇ, ਪਰ ਐਸਾ ਤਨ ਫਿਰ ਵੀ ਨਹੀਂ ਮਿਲੇਗਾ ਜਿੰਨਾ ਸੁੰਦਰ ਸਰੂਪ ਆਪ ਜੀ ਦੇ ਸਾਹਿਬਜ਼ਾਦਿਆਂ ਦਾ। ਪਾਤਸ਼ਾਹ ਜੀ ਕੋਈ ਵਿਅਕਤੀ ਭਾਵੇਂ ਜਿੰਨਾ ਮਰਜ਼ੀ ਦਾਨ ਕਰ ਲਵੇ, ਅਸ ਦਾਨ, ਗੱਜ ਦਾਨ, ਸੇਜਾ ਨਾਰੀ, ਭੂਮ ਦਾਨ, ਐਸੋ ਦਾਨ ਨਿਤ ਨਿਤ ਹੈ ਕੀਜੈ। ਮਹਾਰਾਜ ਕਹਿਣ ਲੱਗੇ, ਪਾਤਸ਼ਾਹ ਨੂੰ ਕਹਿਣ ਲੱਗੇ, ਪਾਤਸ਼ਾਹ ਸੋਨਾ ਚਾਂਦੀ ਦਾਨ ਕਰ ਲਈਏ, ਮਾਇਆ ਦਾਨ ਕਰ ਲਈਏ, ਇੱਕ ਵਾਰੀ ਨਹੀਂ ਕਈ ਵਾਰੀ ਦਾਨ ਕਰ ਲਈਏ, ਤਾਂ ਵੀ ਇਹੋ ਜਿਹਾ ਸੁੰਦਰ ਸਰੂਪ ਮਿਲ ਹੀ ਨਹੀਂ ਸਕਦਾ ਜਿਹੋ ਜਿਹਾ ਸੁੰਦਰ ਸਰੂਪ ਆਪ ਜੀ ਦੇ ਸਾਹਿਬਜ਼ਾਦਿਆਂ ਦਾ ਹੈ। ਐਸੇ ਸੁੰਦਰ ਸਰੀਰ ਇਹਨਾਂ ਮਹਾਂਪੁਰਖਾਂ ਦੇ ਸਾਹਿਬਜ਼ਾਦਿਆਂ ਦੇ ਜਿਹੜੇ ਤਪ ਕਰਕੇ, ਜਪ ਕਰਕੇ, ਦਾਨ ਕਰਕੇ ਵੀ ਨਾ ਪ੍ਰਾਪਤ ਹੋਣ,
ਐਸੇ ਸੁੰਦਰ ਸਰੂਪ ਵਾਲੇ ਸਾਹਿਬਜ਼ਾਦੇ ਦਿਖਾਈ ਨਹੀਂ ਦਿੰਦੇ ਪਏ। ਚਾਰੇ ਹੀ ਸਰੀਰ ਛੱਡ ਕੇ ਬੈਕੁੰਠ ਧਾਮ ਨੂੰ ਪਹੁੰਚੇ ਹਨ। ਔਰ ਬਲਾ ਭੁਗਤੀ ਨਾ ਕੁਛ ਮਿਰਤ ਭੇ ਤੁਮਾਗੇ। ਦੂਜਾ ਸਿੱਖ ਬੋਲਿਆ, ਮਹਾਰਾਜ ਚਲੋ ਜੇ ਤੇ ਸਾਹਿਬਜ਼ਾਦੇ ਕੋਈ 50-60 ਸਾਲ ਦੀ ਉਮਰਾਂ ਮੰਨ ਜਾਂਦੇ, ਫਿਰ ਵੀ ਚਲੋ ਵਿਅਕਤੀ ਕਹਿੰਦਾ ਵੀ ਚਲੋ ਕੁਝ ਨਾ ਕੋਈ ਤੇ ਉਮਰਾਂ ਮੰਨ ਲਈ ਹੈ। ਇਹਨਾਂ ਦੀ ਤੇ ਉਮਰਾਂ ਵੀ ਕੁਝ ਨਹੀਂ ਹੈ। 17 ਸਾਲ 15 ਸਾਲ ਦੀ ਕੋਈ ਉਮਰਾਂ ਥੋੜੀ ਹੈ, ਇੰਨੀ ਛੋਟੀ ਉਮਰ ਦੇ 9 ਸਾਲ ਤੇ 7 ਸਾਲ ਕੋਈ ਉਮਰਾਂ ਥੋੜੀ ਹੈ। ਥੋੜੀ ਥੋੜੀ ਉਮਰਾਂ ਭੋ ਕੇ ਤੇ ਆਪਣਾ ਸਰੀਰ ਛੱਡ ਕੇ ਚਲੇ ਗਏ। ਮਹਾਰਾਜ ਐਸਾ ਸੁੰਦਰ ਸਰੀਰ ਹੋਵੇ ਤੇ ਸਮੇਂ ਤੋਂ ਪਹਿਲਾਂ ਹੀ ਛੱਡਣਾ ਪਵੇ, ਸਮਾਂ ਵੀ ਨਾ ਆਵੇ, ਛੋਟੀ ਉਮਰ ਆਵੇ, ਤਨ ਛੱਡ ਦਿੱਤੇ। ਕੁਛ ਵੀ ਉਮਰਾਂ ਆਪ ਜੀ ਦੇ ਸਾਹਿਬਜ਼ਾਦਿਆਂ ਨੇ ਨਹੀਂ ਮਾਣੀ ਹੈ। ਬਸਤਰ ਵਿਭੂਖਨ ਤੇ ਦਿਪਤ ਸਭ ਕੋ ਪ੍ਰਿਯ ਲਾਗੇ। ਸਤਿਗੁਰੂ ਜਦੋਂ ਅਸੀਂ ਦਰਸ਼ਨ ਕਰਨ ਜਾਇਆ ਕਰਦੇ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੇ, ਇਹ ਕੁਝ ਸਿੱਖ ਮਹਾਰਾਜ ਦੇ ਨਾਲ ਬਚਨ ਬਿਲਾਸ ਕਰਦੇ ਪਏ। ਜਦੋਂ ਅਸੀਂ ਅਨੰਦਪੁਰ ਸਾਹਿਬ ਜਾਂਦੇ ਸੀ, ਆਪ ਜੀ ਦੇ ਸਾਹਿਬਜ਼ਾਦੇ ਸੋਹਣੇ ਬਸਤਰ ਪਾ ਕੇ ਤੇ ਗਲ ਦੇ ਵਿੱਚ ਸੋਹਣੇ ਸ਼ਸਤਰ ਸਜਾ ਕੇ ਜਦੋਂ ਦਰਬਾਰ ਦੇ ਵਿੱਚ ਆਉਂਦੇ ਸਨ, ਆਪ ਜੀ ਦੇ ਕੋਲ ਆ ਕੇ ਬੈਠਦੇ ਸਨ। ਬਾਬਾ ਫਤਿਹ ਸਿੰਘ ਨੂੰ ਆਪ ਗੋਦੀ ਵਿੱਚ ਬਿਠਾ ਲੈਂਦੇ ਸੀ। ਬਾਬਾ ਜੋਰਾਵਰ ਸਿੰਘ ਆਪ ਜੀ ਦੇ ਨਾਲ ਆ ਕੇ ਬੈਠ ਜਾਂਦੇ ਸਨ। ਦੂਜੇ ਦੋ ਵੱਡੇ ਸਾਹਿਬਜ਼ਾਦੇ ਆਪ ਜੀ ਦੇ ਕੋਲ ਆ ਕੇ ਖੜ ਜਾਂਦੇ। ਪਾਤਸ਼ਾਹ ਉਸ ਵੇਲੇ ਦੀ ਸ਼ੋਭਾ ਬੜੀ ਹੁੰਦੀ ਸੀ। ਸਾਰੀ ਸੰਗਤ ਆਖਦੀ ਸੀ ਵੀ ਕਿੰਨੇ ਸੋਹਣੇ ਸਾਹਿਬਜ਼ਾਦੇ ਮਹਾਰਾਜ ਜੀਆਂ ਦੇ, ਬੜੇ ਸੋਹਣੇ ਉਹਨਾਂ ਦੇ ਸੁੰਦਰ ਸਰੂਪ ਸਨ। ਦਰਬ ਕਰੋਰ ਹੋ ਹੇਮ ਗਨ ਸਭ ਸ਼ਸਤਰ ਖਜ਼ਾਨਾ। ਮਹਾਰਾਜ ਪੁੱਤਰ ਤੇ ਚਲੋ ਚਲੇ ਗਏ, ਇਹ ਤੇ ਦੁੱਖ ਭੁੱਲਿਆ ਜਾ ਹੀ ਨਹੀਂ ਸਕਦਾ। ਪੁੱਤਾਂ ਵਾਲਿਓ ਜਗ ਦਾ ਪੁੱਤ ਮੇਵਾ, ਕਿਸੇ ਵਿਦਵਾਨ ਨੇ ਲਿਖਿਆ ਨਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ। ਪੁੱਤਰਾਂ ਦਾ ਦੁੱਖ ਭੁੱਲਣਾ ਬੜਾ ਔਖਾ। ਪਰ ਮਹਾਰਾਜ ਦੂਜੇ ਬੰਨੇ ਇਹ ਵੇਖੋ, ਕਰੋੜਾਂ ਰੁਪਈਆ ਤੁਹਾਡਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ, ਉਹ ਵੀ ਤੇ ਸਾਰਾ ਜਾਂਦਾ ਹੀ ਰਿਹਾ। ਵਿਦਵਾਨਾਂ ਨੇ 9 ਸਵਾ 9 ਜਾਂ 9.5 ਕਰੋੜ ਦੀ ਗਿਣਤੀ ਲਿਖੀ ਹੈ। ਜਿਹੜਾ ਮਹਾਰਾਜ ਨੇ 9.5 ਕਰੋੜ ਦੀ ਗਿਣਤੀ ਦਾ ਧਨ ਸਤਲੁਜ ਦਰਿਆ ਦੇ ਵਿੱਚ ਪਵਾ ਦਿੱਤਾ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ। ਤੇ ਜਦੋਂ ਇਹ ਧਨ ਪਵਾਇਆ ਸੀ ਨਾ, ਉਦੋਂ ਹੋ ਸਕਦਾ ਵੀ ਕਰੋੜ ਦਾ ਕਿਸੇ ਨੇ ਨਾਂ ਵੀ ਨਾ ਸੁਣਿਆ ਹੋਵੇ। ਏਡੀ ਵੱਡੀ ਰਕਮ ਅੱਜ ਆਪਾਂ ਕਹਿ ਲਈਏ ਵੀ ਹੋ ਸਕਦਾ ਕਈ ਅਰਬਾਂ ਵੀ ਉਹਨਾਂ ਦਾ ਮੁਕਾਬਲਾ ਨਾ ਕਰਨ, ਜਿਹੜੇ ਕਰੋੜਾਂ ਰੁਪਈਏ ਉਹਨਾਂ ਸਮਿਆਂ ਵਿੱਚ ਮਹਾਰਾਜ ਨੇ ਦਰਿਆ ਦੀ ਭੇਟ ਕਰਵਾਏ। ਇਹਦੇ ਤੋਂ ਬਿਨਾਂ ਸੋਨੇ ਦੇ ਸ਼ਸਤਰ, ਸੋਨੇ ਦੇ ਭਾਂਡੇ, ਰੇਸ਼ਮੀ ਬਸਤਰ, ਚਾਂਦੀ ਦੇ ਵਸਤੂਆਂ ਪਤਾ ਨਹੀਂ ਕਿੰਨੀਆਂ ਕੁ, ਔਰ ਹੀਰੇ ਤੇ ਜਵਾਹਰਾਤ ਕਿੰਨੇ ਸਨ, ਉਹਨਾਂ ਦਾ ਲੇਖਾ ਹੀ ਕੋਈ ਨਹੀਂ, ਉਹਨਾਂ ਦੀ ਗਿਣਤੀ ਕੋਈ ਨਹੀਂ ਵੀ ਉਹ ਕਿੰਨੇ ਨੇ। ਇਹ ਤੇ ਕੇਵਲ ਰੁਪਈਆਂ ਦੀ ਗਿਣਤੀ ਹੈ ਵੀ 9.5 ਕਰੋੜ ਦੀ ਮਾਇਆ ਹੈ। ਉਹਦੇ ਤੋਂ ਬਿਨਾਂ ਸੋਨਾ ਕਿੰਨਾ, ਚਾਂਦੀ ਕਿੰਨੀ, ਹੀਰੇ ਕਿੰਨੇ, ਉਹ ਕੋਈ ਗਿਣਤੀ ਦੇ ਵਿੱਚ ਨਹੀਂ, ਬਾਹਰ ਨੇ ਗਿਣਤੀ ਤੋਂ। ਇਹ ਕਹਿੰਦੇ ਪਏ ਮਹਾਰਾਜ ਪੁੱਤਰ ਤੇ ਚਾਰੇ ਚਲੇ ਗਏ, ਧਨ ਵੀ ਕੋਲ ਨਹੀਂ ਰਿਹਾ ਹੈ, ਧਨ ਵੀ ਸਾਰਾ ਛੱਡਣਾ ਪਿਆ, ਰੋੜਨਾ ਪਿਆ। ਸੋਨਾ ਵੀ ਕੋਲ ਨਹੀਂ ਰਹਿ ਗਿਆ, ਚਾਂਦੀ ਵੀ ਕੋਲ ਨਹੀਂ ਰਹਿ ਗਈ ਹੈ, ਕਿਸੇ ਤਰ੍ਹਾਂ ਦਾ ਖਜ਼ਾਨਾ ਵੀ ਕੋਲ ਨਹੀਂ ਰਿਹਾ, ਸਾਰਾ ਆਪ ਜੀ ਨੇ ਪਾਣੀ ਵਿੱਚ ਰੋੜ ਦਿੱਤਾ ਹੈ। ਆਦ ਪ੍ਰਸਾਦੀ ਗਜ ਵੱਡੇ ਜਨਮ ਮੋਲ ਮਹਾਨਾ। ਮਹਾਰਾਜ ਜੀਆਂ ਦੇ ਕੋਲ ਇੱਕ ਪ੍ਰਸਾਦੀ ਨਾਮ ਦਾ ਹਾਥੀ ਸੀ ਗੁਰਮੁਖੋ। ਅਸਾਮ ਦਾ ਜਿਹੜਾ ਰਾਜਾ ਸੀ ਨਾ, ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਉਹ ਹਾਥੀ ਜਿਹੜਾ ਸੀ ਤੋਹਫੇ ਦੇ ਤੌਰ ਤੇ ਲੈ ਕੇ ਆਇਆ ਸੀ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਅਸਾਮ ਗਏ ਸਨ, ਉੱਥੋਂ ਦੇ ਰਾਜੇ ਨੇ ਆਖਿਆ ਸੀ ਮਹਾਰਾਜ ਪੁੱਤਰ ਦੀ ਦਾਤ ਬਖਸ਼ੋ ਮੇਰੇ ਘਰ ਵਿੱਚ। ਤੇ ਸਤਿਗੁਰਾਂ ਨੇ ਆਪਣੇ ਹੱਥ ਵਿੱਚ ਇੱਕ ਮੋਹਰ ਫੜੀ ਸੀ ਕਾਗਜ਼ ਤੇ ਲਾਉਣ ਵਾਲੀ, ਤੇ ਉਹ ਮੋਹਰ ਮਹਾਰਾਜ ਨੇ ਰਾਜੇ ਦੇ ਪੱਟ ਤੇ ਲਾ ਦਿੱਤੀ। ਆਖਿਆ ਤੇਰੇ ਘਰੇ ਪੁੱਤਰ ਹੋਵੇਗਾ, ਇਹ ਸਾਡੀ ਮੋਹਰ ਦਾ ਨਿਸ਼ਾਨ ਉਹਦੇ ਸਰੀਰ ਤੇ ਹੋਵੇਗਾ। ਪੁੱਤਰ ਪੈਦਾ ਹੋਇਆ ਤੇ ਉਹਦੇ ਮੱਥੇ ਦੇ ਉੱਪਰ ਸਿਰ ਦੇ ਵਿੱਚ ਉਹ ਮੋਹਰ ਦਾ ਨਿਸ਼ਾਨ ਹੈ। ਰਾਜਾ ਤੇ ਚੜ੍ਹਾਈ ਕਰ ਗਿਆ। ਜਦੋਂ ਪੁੱਤਰ ਵੱਡਾ ਹੋਇਆ, ਉਹਨੇ ਵੇਖਿਆ ਮੋਹਰ ਦਾ ਨਿਸ਼ਾਨ ਤੇ ਆਪਣੀ ਮਾਂ ਨੂੰ ਪੁੱਛਿਆ, ਮਾਤਾ ਨੂੰ, ਰਾਣੀ ਨੂੰ ਪੁੱਛਿਆ। ਕਹਿਣ ਲੱਗਾ ਵੀ ਮਾਂ ਇਹ ਮੇਰੇ ਕੋਈ ਸੱਟ ਲੱਗੀ ਹੈ, ਨਿਸ਼ਾਨ ਕਾਹਦਾ? ਤੇ ਮਾਂ ਨੇ ਦੱਸਿਆ ਵੀ ਇਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨਾਂ ਨਾਲ ਤੇਰਾ ਜਨਮ ਹੋਇਆ, ਇਹ ਉਹਨਾਂ ਦੀ ਮੋਹਰ ਦਾ ਨਿਸ਼ਾਨ ਹੈ। ਜਦੋਂ ਇਹ ਸੁਣਿਆ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ, ਫਿਰ ਪੁੱਛਿਆ, ਗੁਰੂ ਘਰ ਬਾਰੇ ਜਾਣਕਾਰੀ ਲਈ ਉਸਨੇ। ਫਿਰ ਉਹਦੇ ਮਨ ਵਿੱਚ ਸ਼ਰਧਾ ਪੈਦਾ ਹੋਈ ਵੀ ਐਸੇ ਗੁਰੂ ਦਾ ਦਰਸ਼ਨ ਕਰਨਾ ਚਾਹੀਦਾ। ਫਿਰ ਇਹਨੇ ਆਪਣੇ ਇਲਾਕੇ ਵਿੱਚ ਢੰਡੋਰਾ ਪਟਵਾਇਆ, ਇਹ ਐਲਾਨ ਕਰਵਾਇਆ ਵੀ ਸੋਹਣੀ ਜੀ ਕੋਈ ਵਸਤੂ ਲਿਆਓ ਜਿਹੜੀ ਮੈਂ ਗੁਰੂ ਪਾਤਸ਼ਾਹ ਨੂੰ ਜਾ ਕੇ ਭੇਟ ਕਰਾਂ। ਤੇ ਫਿਰ ਪ੍ਰਸਾਦੀ ਹਾਥੀ ਮਿਲਿਆ ਸੀ ਇਸ ਨੂੰ, ਜਿਸ ਦੇ ਮੱਥੇ ਦੇ ਵਿੱਚ ਪ੍ਰਸਾਦੀ ਤਾਂ ਕਿਹਾ ਜਾਂਦਾ, ਉਹਦੇ ਮੱਥੇ ਦੇ ਵਿੱਚ ਪ੍ਰਸ਼ਾਦੇ ਦੇ ਆਕਾਰ ਦਾ ਚਿੱਟੇ ਰੰਗ ਦਾ ਗੋਲ ਨਿਸ਼ਾਨ ਹੈ, ਤਾਂ ਉਸ ਨੂੰ ਪ੍ਰਸਾਦੀ ਕਹਿੰਦੇ। ਤੇ ਸੁੰਡ ਤੋਂ ਲੈ ਕੇ ਲੱਕ ਦੇ ਉੱਪਰ ਦੀ ਪੂਛ ਤੱਕ ਇੱਕ ਚਿੱਟੇ ਰੰਗ ਦੀ ਧਾਰੀ ਹੈ। ਇਸ ਤਰ੍ਹਾਂ ਦਾ ਸੋਹਣਾ ਹਾਥੀ ਤੇ ਬੜਾ ਸਿਖਾਇਆ ਹੋਇਆ। ਜਦੋਂ ਉਹਨੂੰ ਇਸ਼ਾਰਾ ਕਰਨਾ ਨਾ ਵੀ ਜੋੜਾ ਚੁੱਕ ਕੇ ਰੱਖ ਦੇ, ਉਹਨੇ ਜੋੜਾ ਚੁੱਕ ਕੇ ਰੱਖ ਦੇਣਾ।
ਕਦੇ ਜੋੜੇ ਨੂੰ ਸੁੰਡ ਦੇ ਨਾਲ ਸਾਫ਼ ਕਰਨ ਲੱਗ ਪੈਣਾ, ਕਦੇ ਆਪਣੀ ਸੁੰਡ ਵਿੱਚ ਚੌਰ ਫੜ ਕੇ ਮਹਾਰਾਜ ਦੇ ਸੀਸ ਦੇ ਉੱਪਰ ਚੌਰ ਦੀ ਸੇਵਾ ਕਰਨੀ। ਇਸ ਤਰ੍ਹਾਂ ਦੇ ਕਈ ਕੰਮ ਕਰਕੇ ਜਿੱਦਾਂ ਕੋ ਆਮ ਇੱਕ ਝੋਟਾ ਹੁੰਦਾ ਨਾ, ਐਡੇ ਕੁ ਆਕਾਰ ਦਾ ਉਹ ਹਾਥੀ ਸੇਵਾਵਾਂ ਕਰਕੇ ਮਹਾਰਾਜ ਦੀ ਖੁਸ਼ੀ ਲੈਂਦਾ। ਤੇ ਦੂਰੋਂ ਦੂਰੋਂ ਸੰਗਤਾਂ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦਰਸ਼ਨ ਕਰਦੀਆਂ, ਉੱਥੇ ਹਾਥੀ ਵੀ ਵੇਖ ਕੇ ਆਉਂਦੀਆਂ ਬੜੀ ਖੁਸ਼ੀ ਦੇ ਨਾਲ, ਵੀ ਐਸਾ ਹਾਥੀ ਦੁਰਲੱਭ ਜਿਹੜਾ ਕਿਤੇ ਉਹ ਨਹੀਂ ਮਿਲਦਾ। ਰਤਨ ਰਾਏ ਸੀ ਉਸ ਰਾਜੇ ਦਾ ਨਾਮ, ਅਸਾਮ ਦਾ ਰਾਜਾ ਰਤਨ ਰਾਏ, ਜਿਹਨੇ ਇਹ ਹਾਥੀ ਮਹਾਰਾਜ ਨੂੰ ਭੇਟ ਕੀਤਾ। ਇੱਕ ਵਾਰੀ ਭੀਮ ਚੰਦ ਰਾਜੇ ਨੇ ਮੰਗ ਵੀ ਲਿਆ ਸੀ, ਮਹਾਰਾਜ ਹਾਥੀ ਮੈਨੂੰ ਦੇ ਦਿਓ ਕੋਈ ਦਿਨਾਂ ਵਾਸਤੇ, ਮੈਂ ਵੀ ਟੌਰ ਬਣਾ ਲਾਂ ਬਾਕੀ ਰਾਜਿਆਂ ਵਿੱਚ। ਮਹਾਰਾਜ ਨੇ ਮਨਾ ਕਰ ਦਿੱਤਾ। ਸਮਾਂ ਆਇਆ ਅਨੰਦਪੁਰ ਸਾਹਿਬ ਨੂੰ, ਜਿਸ ਵੇਲੇ ਘੇਰਾ ਪੈ ਗਿਆ, ਪ੍ਰਸ਼ਾਦੇ ਦਾ ਸਮਾਂ ਸੰਕਟ ਵਾਲਾ ਬਣ ਗਿਆ, ਘਾਹ ਦਾਣਾ ਆਉਣਾ ਬੰਦ ਹੋ ਗਿਆ, ਤੇ ਇਹ ਪ੍ਰਸਾਦੀ ਹਾਥੀ ਫਿਰ ਮਾਰਿਆ ਗਿਆ ਸੀ ਅਨੰਦਪੁਰ ਸਾਹਿਬ। ਘਾਹ ਨਾ ਮਿਲਣ ਕਰਕੇ, ਖੁਰਾਕ ਨਾ ਮਿਲਣ ਕਰਕੇ ਮਾਰਿਆ ਗਿਆ। ਇਹ ਭਾਈ ਭਰਮ ਸਿੰਘ ਤੇ ਭਾਈ ਧਰਮ ਸਿੰਘ ਇਹ ਉਹ ਜ਼ਿਕਰ ਕਰਦੇ ਪਏ, ਵੇਖੋ ਮਹਾਰਾਜ ਪੁੱਤਰ ਵੀ ਚੜ੍ਹਾਈ ਕਰ ਗਏ, ਮਾਇਆ ਵੀ ਕੋਲ ਨਹੀਂ ਰਹੀ ਹੈ, ਤੇ ਤੁਹਾਡਾ ਪ੍ਰਸਾਦੀ ਹਾਥੀ ਵੀ ਮਰ ਗਿਆ। ਇਹਦੇ ਤੋਂ ਬਿਨਾਂ ਹੋਰ ਕਈ ਕੀਮਤੀ ਵਸਤੂਆਂ ਜਿਹੜੀਆਂ ਉਹ ਸਾਰੀਆਂ ਚਲੇ ਗਈਆਂ ਹਨ। ਖਰੇ ਹਜ਼ਾਰਾਂ ਹੈ, ਖਰੇ ਵੱਡ ਕੀਮਤ ਵਾਲੇ। ਮਹਾਰਾਜ ਜੀਆਂ ਦੇ ਤਬੇਲੇ ਵਿੱਚ ਇੱਕ ਨਹੀਂ ਕਈ ਹਜ਼ਾਰਾਂ ਘੋੜੇ ਸਨ, ਏਡੇ ਵੱਡੇ ਤਬੇਲੇ ਮਹਾਰਾਜ ਨੇ ਬਣਾਏ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਘੋੜੇ ਜਿਹੜੇ ਸਨ ਉਹ ਰੱਖੇ ਹੋਏ, ਔਰ ਬੜੇ ਬੜੇ ਮਹਿੰਗੀ ਕੀਮਤ ਵਾਲੇ। ਕਿਸੇ ਰਾਜੇ ਮਹਾਰਾਜੇ ਦੇ ਤਬੇਲੇ ਵਿੱਚ ਵੀ ਇੰਨੇ ਘੋੜੇ ਇੰਨੀ ਕੀਮਤ ਵਾਲੇ ਨਹੀਂ ਹੋ ਸਕਦੇ ਜਿਹੜੇ ਘੋੜੇ 10ਵੇਂ ਪਾਤਸ਼ਾਹ ਮਹਾਰਾਜ ਦੇ ਤਬੇਲ ਦੀ ਸ਼ੋਭਾ ਪਾਉਂਦੇ ਹਨ। ਦਲ ਵਿਡਾਰ ਤੇ ਆਦ ਜੇ ਨੈ ਪਰੈ ਨਿਹਾਰੇ। ਪਾਤਸ਼ਾਹ ਜੀ ਆਪ ਜੀਆਂ ਦੇ ਘੋੜੇ ਉਹ ਦਿਖਾਈ ਨਹੀਂ ਦਿੰਦੇ, ਤੇ ਦਲ ਵਡਾਰ ਮਹਾਰਾਜ ਦੇ ਘੋੜੇ ਦਾ ਨਾਮ ਸੀ। 10ਵੇਂ ਪਾਤਸ਼ਾਹ ਜਿਸ ਘੋੜੇ ਦੀ ਸਵਾਰੀ ਕਰਦੇ ਨੇ, ਉਸ ਘੋੜੇ ਦਾ ਨਾਮ ਰੱਖਿਆ ਸੀ ਦਲ ਵਡਾਰ। ਦਲ ਨਾਮ ਹੈ ਫੌਜ ਦਾ, ਤੇ ਵਡਾਰਨ ਤੋਂ ਭਾਵ ਨਾਸ਼ ਕਰਨ ਵਾਲਾ, ਵੀ 10ਵੇਂ ਪਾਤਸ਼ਾਹ ਉਸ ਘੋੜੇ ਤੇ ਚੜ੍ਹ ਕੇ ਦੁਸ਼ਮਣ ਦੀ ਫੌਜ ਦਾ ਨਾਸ਼ ਕਰਦੇ ਸਨ, ਤੇ ਸਿੱਖਾਂ ਨੇ ਨਾਮ ਹੀ ਰੱਖ ਦਿੱਤਾ ਉਸ ਘੋੜੇ ਦਾ ਦਲ ਵਡਾਰ। ਇਹ ਭਾਈ ਧਰਮ ਸਿੰਘ ਪਰਮ ਸਿੰਘ ਕਹਿੰਦੇ, ਮਹਾਰਾਜ ਆਪ ਜੀ ਦਾ ਉਹ ਘੋੜਾ ਜਿਸ ਨੂੰ ਦਲ ਵਡਾਰ ਕਿਹਾ ਜਾਂਦਾ, ਉਹ ਵੀ ਦਿਖਾਈ ਨਹੀਂ ਦਿੰਦਾ, ਉਹ ਵੀ ਉੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੀ ਮਾਰਿਆ ਗਿਆ ਹੈ। ਐਸ਼ਵਰਜ ਅਪਰ ਅਨੇਕ ਹੀ ਨਹਿ ਗਿਨਵੇ। ਮਹਾਰਾਜ ਇਹ ਤੇ ਮੋਟੀਆਂ ਮੋਟੀਆਂ ਗੱਲਾਂ ਅਸੀਂ ਗਿਣੀਆਂ ਨਾ, ਮੋਟੀਆਂ ਗੱਲਾਂ ਵਿੱਚੋਂ ਇਹ ਬਚਨ ਸੁਣਿਆ ਵੀ 4 ਸਾਹਿਬਜ਼ਾਦੇ ਨਹੀਂ ਹੈਗੇ, ਪ੍ਰਸਾਦੀ ਹਾਥੀ ਨਹੀਂ ਹੈਗਾ, ਤੁਹਾਡਾ ਘੋੜਾ ਨਹੀਂ ਹੈਗਾ, ਤੁਹਾਡਾ ਖਜ਼ਾਨਾ ਨਹੀਂ ਹੈਗਾ, ਤੇ ਅਨੰਦਪੁਰ ਸਾਹਿਬ ਵੀ ਕਿਲੇ ਵੀ ਆਪਣੇ ਕੋਲ ਨਹੀਂ ਰਹਿ ਗਏ, ਸੋਨਾ ਵੀ ਕੋਲ ਨਹੀਂ ਰਹਿ ਗਿਆ, ਹੀਰੇ ਵੀ ਕੋਲ ਨਹੀਂ ਰਹਿ ਗਏ। ਇਹਦੇ ਤੋਂ ਬਿਨਾਂ ਹੋਰ ਪਤਾ ਨਹੀਂ ਕਿੰਨੀਆਂ ਕੁ ਵਸਤੂਆਂ ਸਨ ਆਪ ਜੀ ਦੇ ਖਜ਼ਾਨੇ ਵਿੱਚ, ਇਸ ਵੇਲੇ ਕੋਈ ਵੀ ਨਹੀਂ ਰਹਿ ਗਈਆਂ। ਐਸੀ ਮਾੜੀ ਹਵਾ ਚੱਲੀ ਹੈ ਵੀ ਇੱਕੇ ਵਾਰੀ ਚਲੋ ਹੋ ਗਿਆ ਵੀ ਪੁੱਤਰ ਚੜ੍ਹਾਈ 1 ਕਰ ਜਾਂਦਾ 3 ਵੱਜ ਜਾਂਦੇ, 2 ਚੜ੍ਹਾਈ ਕਰ ਜਾਂਦੇ 2 ਵੱਜ ਜਾਂਦੇ, ਬਹੁਤੀ ਕਰੋਪੀ ਆਈ 3 ਚੜ੍ਹਾਈ ਕਰਦੇ 1 ਵੱਜ ਜਾਂਦਾ, 4 ਪੁੱਤਰ ਤੇ 4 ਹੀ ਨਹੀਂ ਰਹੇ। ਮਹਾਰਾਜ ਫਿਰ ਹਾਥੀ ਨਹੀਂ ਰਹਿ ਗਿਆ, ਘੋੜੇ ਨਹੀਂ ਰਹਿ ਗਿਆ, ਸੋਨਾ ਨਹੀਂ ਰਹਿ ਗਿਆ, ਚਾਂਦੀ ਨਹੀਂ ਰਹਿ ਗਿਆ, ਅਨੰਦਪੁਰ ਸਾਹਿਬ ਨਹੀਂ ਰਿਹਾ, ਕਿਲੇ ਨਹੀਂ ਰਹਿ ਗਏ, ਤੇ ਪਦਾਰਥ ਕੋਈ ਰਿਹਾ ਹੀ ਨਹੀਂ। ਵੇਖੋ ਮਹਾਰਾਜ ਇੱਕੇ ਵਾਰੀ ਏਡੀ ਵੱਡੀ ਕਰੋਪੀ ਪਈ ਹੈ ਜਿਹੜੀ ਗਿਣੀ ਨਹੀਂ ਜਾ ਸਕਦੀ, ਕਹੀ ਨਹੀਂ ਜਾ ਸਕਦੀ। ਐਸਾ ਬਿਪਤਾ ਵਾਲਾ ਸਮਾਂ ਤੁਹਾਡੇ ਤੇ ਪੈ ਗਿਆ। ਇਹ ਭਾਈ ਰੂਪ ਚੰਦ ਦੀ ਕੁੱਲ ਵਿੱਚੋਂ ਨੇ, ਪਰਮ ਸਿੰਘ ਧਰਮ ਸਿੰਘ ਦੋਨੇ ਭਰਾ ਨੇ, ਸੰਗਤ ਨੂੰ ਨਾਲ ਲੈ ਕੇ ਆਏ, ਤੇ ਦੀਨੇ ਕਾਂਗੜੇ ਮਹਾਰਾਜ ਦੇ ਨਾਲ ਅਫਸੋਸ ਕਰਦੇ ਪਏ, ਦੁੱਖ ਜ਼ਾਹਰ ਕਰਦੇ ਪਏ ਵੀ ਵੇਖੋ ਕਿੰਨਾ ਬਿਪਤਾ ਦਾ ਸਮਾਂ ਆਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹਨਾਂ ਦਾ ਬਚਨ ਉਸ ਵੇਲੇ ਸੁਣਦੇ ਪਏ, ਜੋ ਜੋ ਬਚਨ ਇਹਨਾਂ ਨੇ ਕੀਤੇ ਹਨ। ਸ਼੍ਰੀ ਪ੍ਰਭ ਬੜ ਅਫਸੋਸ ਹੈ, ਸਿੱਖ ਪਿੱਖ ਦੁੱਖ ਪਾਵੇ। ਮਹਾਰਾਜ ਸਾਹਿਬ ਜੀਓ ਬੜਾ ਅਫਸੋਸ ਹੈ, ਵੇਖ ਕੇ ਸਾਨੂੰ ਦੁੱਖ ਹੁੰਦਾ ਵੀ ਇਸ ਤਰ੍ਹਾਂ ਦਾ ਸਮਾਂ ਬਣਿਆ, ਤੇ ਕਿਉਂ ਬਣਿਆ ਹੈ, ਬੜੇ ਅਫਸੋਸ ਦੀ ਗੱਲ ਹੈ। ਪਾਤਸ਼ਾਹ ਜੀ ਸਾਨੂੰ ਤੇ ਦੁੱਖ ਹੁੰਦਾ ਵੇਖ ਕੇ ਵੀ ਇਸ ਤਰ੍ਹਾਂ ਕਿਉਂ ਹੋ ਗਿਆ ਹੈ। ਤਾਂ ਮਹਾਰਾਜ ਸਾਡਾ ਰੋਣਾ ਨਿਕਲਿਆ। ਭਾਈ ਧਰਮ ਸਿੰਘ ਨੇ ਪੁੱਛਿਆ ਸੀ ਨਾ ਵੀ ਭਾਈ ਰੋਂਦੇ ਕਿਉਂ, ਕਹਿੰਦੇ ਆਹ ਕਾਰਨ ਹੈ ਸਾਡੇ ਰੋਣ ਦਾ, ਵੀ ਸਾਡੇ ਤੇ ਭੁੱਬਾਂ ਨਿਕਲਦੀਆਂ ਪਈਆਂ ਅੰਦਰੋਂ, ਰੋਣਾ ਤੇ ਆਪਣੇ ਆਪ ਹੀ ਆਉਂਦਾ ਵੀ ਐਸਾ ਸੰਕਟ ਬਣਿਆ ਹੈ। ਅਸਰਾਵਰ ਕੇ ਸੰਗ ਤੇ ਨਹਿ ਕੋ ਪਰਮਾਵੈ। ਸਤਿਗੁਰੂ ਪਾਤਸ਼ਾਹ ਜੀ ਇਹ ਆਪ ਜੀ ਦਾ ਸਵਾਂਗ ਹੀ ਤੁਸੀਂ ਰਚਿਆ, ਤੇ ਆਪ ਜੀ ਇਹਦੇ ਵਿੱਚ ਸਾਰਿਆਂ ਨੂੰ ਭਰਮਾ ਲੈਂਦੇ ਹੋ। ਸ਼੍ਰੀ ਸਤਿਗੁਰ ਸੁਨ ਕੈ ਭਨੈ ਪਿਖ ਦੁਖੀ ਬਸਾਲਾ। ਸਤਿਗੁਰਾਂ ਨੇ ਸੁਣੇ ਨਾ ਬਚਨ, ਤੇ ਇਹਨਾਂ ਨੂੰ ਦੁੱਖ ਦੇ ਸਹਿਤ ਵੇਖਿਆ। ਫਿਰ ਮਹਾਰਾਜ ਨੇ ਬਚਨ ਆਖਿਆ, ਕਹਿਣ ਲੱਗੇ ਭਾਈ ਸਾਰੀ ਸੰਗਤ
ਸਾਡਾ ਬਚਨ ਧਿਆਨ ਦੇ ਨਾਲ ਸੁਣੋ। ਇਹ ਗੱਲ ਠੀਕ ਹੈ ਚਾਰੇ ਪੁੱਤਰ ਚੜ੍ਹਾਈ ਕਰ ਗਏ, ਇਹ ਵੀ ਗੱਲ ਠੀਕ ਹੈ ਵੀ ਅਨੰਦਪੁਰ ਸਾਹਿਬ ਛੱਡਿਆ, ਇਹ ਵੀ ਗੱਲ ਠੀਕ ਹੈ ਹਾਥੀ ਨਹੀਂ ਰਹਿ ਤੇ ਘੋੜੇ ਨਹੀਂ ਰਹਿ, ਸੋਨਾ ਚਾਂਦੀ ਤੇ ਪਦਾਰਥ ਨਹੀਂ ਰਹਿ, ਤੁਹਾਡੇ ਸਾਰੇ ਬਚਨ ਹੀ ਠੀਕ ਨੇ। ਪਰ ਇਹਦੇ ਵਿੱਚ ਉਪਦੇਸ਼ ਜਿਹੜਾ ਹੈ ਉਹ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਜਗਤ ਪਦਾਰਥ ਰੀਤ ਇਹ ਬਿਨ ਸਹਿ ਤਤਕਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਸਾਰ ਦੇ ਵਿੱਚ ਇਹ ਰੀਤੀ ਇਹੋ ਹੀ ਹੈ ਵੀ ਦੁਨੀਆ ਵਿੱਚ ਕੋਈ ਚੀਜ਼ ਰਹਿੰਦੀ ਨਹੀਂ ਹੈ ਸਦਾ ਵਾਸਤੇ। ਇਹ ਬਚਨ ਪੱਲੇ ਬੰਨ੍ਹ ਲਓ। ਪਰਮਾਤਮਾ ਨੇ ਦੁਨੀਆ ਬਣਾਈ ਹੈ ਨਾ, ਇਹ ਦੁਨੀਆ ਐਸੀ ਹੈ ਜੋ ਉਪਜਿਓ ਸੋ ਬਿਨਸ ਹੈ ਸੋ ਬਿਨਸ ਹੈ। ਇਹ ਪਿਤਾ ਦੇ ਬਚਨ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਸਾਡੇ ਪਿਤਾ ਦੇ ਬਚਨ ਨੇ, ਜਿਹੜੀ ਚੀਜ਼ ਪੈਦਾ ਹੋ ਗਈ ਹੈ ਨਾ ਉਹਨੇ ਬਿਨਸ ਜਾਣਾ ਹੈ। ਜੋ ਉਪਜਿਓ ਸੋ ਬਿਨਸ ਹੈ, ਖਤਮ ਹੋਵੇਗੀ। ਪਰ ਉਹ ਆਜ ਕੈ ਕਾਲ, ਅੱਜ ਸਮਾਂ ਕਿਸੇ ਦਾ ਕੱਲ ਸਮਾਂ। ਮਹਾਰਾਜ ਨੇ ਬਾਣੀ ਵਿੱਚ ਬਚਨ ਲਿਖਿਆ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਇਹ ਸੰਸਾਰ ਜਿਹੜਾ ਹੈ ਨਾ ਕੋਈ ਸੂਰਜ ਦੇ ਸਮੇਂ ਤੇ ਕੋਈ ਚੰਦਰਮਾ ਦੇ ਸਮੇਂ ਜਨਮਿਆ ਹੈ ਤੇ ਚਲੇ ਵੀ ਇਸੇ ਸਮੇਂ ਦੇ ਵਿੱਚ ਹੀ ਜਾਣਾ ਹੈ। ਸੂਰਜ ਚਾਂਦ ਕੈ ਉਦੈ ਭਈ ਸਭ ਦੇ। ਕਈਆਂ ਨੂੰ ਜਨਮ ਮਿਲਿਆ ਸੂਰਜ ਦੇ ਵਿੱਚ ਦਿਨੇ, ਕਈਆਂ ਨੂੰ ਜਨਮ ਮਿਲਿਆ ਰਾਤ ਨੂੰ ਚੰਦਰਮਾ ਦੇ ਵਿੱਚ। ਮੌਤ ਵੀ ਇਹਨਾਂ ਦੋਵਾਂ ਵਿੱਚ ਹੀ ਹੋਣੀ ਹੈ, ਕਿਸੇ ਨੂੰ ਰਾਤ ਨੂੰ ਤੇ ਕਿਸੇ ਨੂੰ ਦਿਨ ਨੂੰ। ਇਹ ਦਿਵਸ ਚਾਰ ਕੋ ਪੇਖਣਾ, ਇਹ ਚਾਰ ਕੁ ਦਿਨਾਂ ਦਾ ਹੀ ਹੈ ਮੇਲਾ ਦੁਨੀਆ ਦਾ। ਅੰਤ ਨੂੰ ਫਿਰ ਉਸੇ ਤਰ੍ਹਾਂ ਹੀ ਮਿੱਟੀ ਵਿੱਚੋਂ ਪੈਦਾ ਹੋਏ, ਮਿੱਟੀ ਵਿੱਚ ਰਲ ਜਾਣਾ। ਮਹਾਰਾਜ ਕਹਿਣ ਲੱਗੇ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿੰਨੀ ਕੁ ਉਮਰਾਂ ਰੱਬ ਨੇ ਦਿੱਤੀ ਹੈ ਨਾ, ਰੱਬ ਦੇ ਗੁਣ ਗਾ ਲਓ ਜਿੰਨੇ ਗਾਏ ਜਾਂਦੇ। ਸਾਡੇ ਤੋਂ ਪਹਿਲਾਂ ਵੀ ਐਸੇ ਲੋਕ ਆਏ ਨੇ ਜਿਨ੍ਹਾਂ ਨੇ ਧਰਤੀਆਂ ਇਕੱਠੀਆਂ ਕੀਤੀਆਂ, ਜਿਨ੍ਹਾਂ ਨੇ ਮਾਇਆ ਇਕੱਠੀ ਕੀਤੀ। ਅੱਜ ਉਹ ਸਾਡੇ ਵਿੱਚ ਨਹੀਂ। ਸਾਡੇ ਤੋਂ ਬਾਅਦ ਵਿੱਚ ਵੀ ਆਉਣਗੇ, ਧਰਤੀ ਇਕੱਠੀ ਕਰਨਗੇ, ਆਪਣੇ ਨਾਂ ਲਵਾਉਣਗੇ, ਖਜ਼ਾਨੇ ਇਕੱਠੇ ਕਰਨਗੇ। ਸਾਡੇ ਤੋਂ ਬਾਅਦ ਵਾਲਿਆਂ ਨੇ ਵੀ ਨਹੀਂ ਰਹਿਣਾ। ਅੱਜ ਅਸੀਂ ਦੁਨੀਆ ਤੇ ਆਏ ਹਾਂ, ਸਾਡੇ ਤੋਂ ਪਹਿਲਾਂ ਜਿਹੜੀ ਭੋਏ ਦੇ ਅੱਜ ਅਸੀਂ ਮਾਲਕਾਨਾ ਧਰਤੀ ਦੇ, ਪਤਾ ਨਹੀਂ ਇਹ ਧਰਤੀ ਕਿੰਨਿਆਂ ਕੁ ਦੇ ਨਾਂ ਤੇ ਪਹਿਲਾਂ ਬੋਲ ਚੁੱਕੀ ਹੈ ਤੇ ਕਿੰਨਿਆਂ ਕੁ ਦੇ ਨਾਂ ਤੇ ਅਜੇ ਬੋਲੇਗੀ। 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕੋਲ ਕਿਸੇ ਨੇ ਕਵਿਤਾ ਉਚਾਰੀ ਸੀ ਨਾ ਆ ਕੇ ਵੀ ਮਹਾਰਾਜ ਸਾਹਿਬ ਜੀ ਨਾ ਸਦਾ ਜਵਾਨੀ ਰਹਿੰਦੀ ਨਾ ਸਦਾ ਮਾਪੇ ਰਹਿੰਦੇ। ਕੋਈ ਆਇਆ ਮਹਾਰਾਜ ਦੇ ਕੋਲ ਕਵੀ, ਉਹਨੇ ਬਚਨ ਆਖੇ ਸਨ, ਮਹਾਰਾਜ ਸੁਣ ਕੇ ਬੜੇ ਖੁਸ਼। ਸਦਾ ਨਹੀਂ ਜਵਾਨੀ ਸਦਾ ਨਹੀਂ ਮਾਪੇ, ਇਹ ਬਚਨ ਉਹਨੇ ਕੀਤੇ ਸਨ। 10ਵੇਂ ਪਾਤਸ਼ਾਹ ਨੂੰ ਆਖਿਆ, ਕਹਿੰਦੇ ਬੜਾ ਅਫਸੋਸ ਹੈ। ਮਹਾਰਾਜ ਕਹਿੰਦੇ ਅਫਸੋਸ ਤੇ ਤਾਂ ਹੋਵੇ ਨਾ ਭਾਈ ਜੇ ਸਾਡਾ ਕੱਲਿਆਂ ਦੇ ਕੋਲੋਂ ਹੀ ਗਿਆ, ਫਿਰ ਤੇ ਆਖੀਏ ਵੀ ਅਫਸੋਸ ਹੈ। ਪਰ ਇਹ ਪਦਾਰਥ ਤੇ ਰਹਿੰਦੇ ਹੀ ਕਿਸੇ ਦੇ ਕੋਲ ਨਹੀਂ। ਭੌਣ ਭੰਡਾਰ ਧਰਾ ਗੜ ਜੀਤਕ ਤਿਆਗਤ ਪ੍ਰਾਨ ਬਗਾਨ ਕਹੇ ਹੈ। 10ਵੇਂ ਪਾਤਸ਼ਾਹ ਨੇ ਖੁਦ ਬਚਨ ਲਿਖਿਆ 10ਮ ਗ੍ਰੰਥ ਵਿੱਚ, ਭੌਣ ਭੰਡਾਰ, ਭੌਣ ਨਾਮ ਘਰ ਦਾ ਹੈ ਤੇ ਭੰਡਾਰ ਨਾਮ ਖਜ਼ਾਨੇ ਦਾ ਹੈ, ਬੈਂਕ ਬੈਲੈਂਸ ਦਾ। ਭੌਣ ਭੰਡਾਰ ਤੇ ਧਰਾ ਨਾਮ ਧਰਤੀ ਦਾ ਤੇ ਗੜ ਨਾਮ ਕਿਲਿਆਂ ਦਾ। ਦੁਨੀਆ ਦੇ ਲੋਕ ਕੋਈ ਖਜ਼ਾਨਿਆਂ ਦਾ ਮਾਲਕ ਹੈ, ਕੋਈ ਕਿਲਿਆਂ ਦਾ ਮਾਲਕ ਹੈ, ਕੋਈ ਧਰਤੀ ਦਾ ਮਾਲਕ ਹੈ। ਭੌਣ ਭੰਡਾਰ ਧਰਾ ਗੜ ਜੇਤਕ ਜਿੰਨੇ ਵੀ ਬਣਾਏ ਨੇ, ਤਿਆਗਤ ਪ੍ਰਾਨ ਜਿੱਦਣ ਤੇਰੀ ਜਾਨ ਨਿਕਲਣੀ ਹੈ, ਬਗਾਨ ਕਹੇ ਹੈ ਉਦੋਂ ਹੀ ਬਗਾਨੇ ਹੋ ਜਾਣ। ਤੇਰੇ ਨਾਮ ਦੇ ਅੱਗੇ ਸਵਰਗੀਆ ਲੱਗ ਜਾਣ, ਲੇਟ ਲੱਗ ਜਾਣਾ ਵੀ ਇਹ ਲੇਟ ਹੀ ਹੋ ਗਿਆ, ਲੇਟ ਹੀ ਗਿਆ ਸਦਾ ਵਾਸਤੇ। ਉਸੇ ਵੇਲੇ ਦੂਜਿਆਂ ਦੇ ਨਾਂ ਤੇ ਉਹ ਚੜ੍ਹਦੇ ਨੇ, ਦੂਜਿਆਂ ਦੇ ਨਾਂ ਤੇ ਬੋਲਣ ਲੱਗ ਪਿਆ। ਇਹ ਉਹਨਾਂ ਚਿਰ ਹੀ ਪਤਾ ਨਹੀਂ ਸਰੀਰ ਦੇ ਰਹਿੰਦਿਆਂ ਹੀ ਛੱਡ ਜਾਣ ਜਾਂ ਹੋ ਸਕਦਾ ਸਰੀਰ ਇਹਨਾਂ ਨੂੰ ਛੱਡ ਜਾਵੇ। ਮਹਾਰਾਜ ਕਹਿਣ ਲੱਗੇ ਭਾਈ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। 9ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸੁਖ ਸਨੇਹ ਹਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਨ। ਮਹਾਰਾਜ ਸਾਹਿਬ ਜੀਓ ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਹੋ? ਗੁਰ ਕਿਰਪਾ ਜਿਹ ਨਰ ਕੋ ਕੀਨੀ, ਜਿਹਦੇ ਉੱਪਰ ਗੁਰੂ ਨੇ ਕਿਰਪਾ ਕੀਤੀ ਹੈ ਤੇ ਇਹ ਜੁਗਤ ਪਛਾਨੀ, ਉਹਨੇ ਇਹ ਜੁਗਤੀ ਪਛਾਣ ਲਈ ਹੈ। ਮਹਾਰਾਜ ਕਿਹੜੀ ਜੁਗਤੀ ਦੀ ਰਮਜ, ਕਿਹੜੀ ਗੱਲ ਆਖਦੇ, ਰਮਜ ਕਿਹੜੀ ਹੈ? ਤੇ ਮਹਾਰਾਜ ਕਹਿਣ ਲੱਗੇ ਨਹਿ ਨਿੰਦਿਆ ਨਹਿ ਉਸਤਤ ਜਾ ਕੇ। ਜਿਹਨੂੰ ਨਿੰਦਿਆ ਕੀਤਿਆਂ ਵੀ ਫਰਕ ਕੋਈ ਨਹੀਂ ਹੈ, ਜਿਹਦੀ ਵਡਿਆਈ ਕੀਤਿਆਂ ਫਰਕ ਕੋਈ ਨਹੀਂ ਹੈ। ਲੋਭ ਮੋਹ ਅਭਿਮਾਨਾ, ਪਦਾਰਥ ਲੱਖਾਂ ਹੀ ਆ ਗਏ, ਕੋਈ ਲੋਭ ਨਹੀਂ। ਪਰਿਵਾਰ ਦੇ ਜੀਆਂ ਨੇ ਘੇਰਾ ਪਾ ਲਿਆ, ਮੋਹ ਕੋਈ ਨਹੀਂ ਹੈ। ਜਿਹਨੂੰ ਕੋਈ ਮੋਹ ਨਹੀਂ, ਜਿਹਨੂੰ ਕੋਈ ਲੋਭ ਨਹੀਂ, ਉਹਨੂੰ ਇਹ ਜੁਗਤੀ ਪਤਾ ਲੱਗੀ ਹੈ ਜੀਵਨ ਮੁਕਤ ਹੋਣ ਦੀ।
ਜੀਵਨ ਮੁਕਤੀ ਐਵੇਂ ਨਹੀਂ ਮਿਲਦੀ ਹੈ। ਪਾਤਸ਼ਾਹ ਕਹਿਣ ਲੱਗੇ ਹਰਖ ਸੋਕ ਤੇ ਰਹਿ ਨਿਆਰੋ। ਪਦਾਰਥ ਸਾਡੇ ਕੋਲ ਆਵੇ ਤੇ ਸਾਡੇ ਕੋਠੇ ਦੇ ਉੱਪਰ ਡੀਜੇ ਨਾ ਚੱਲੇ, ਹੋ ਕਿਵੇਂ ਸਕਦਾ ਹੈ? ਝਾਟੀ ਛਾਲਾਂ ਮਾਰੀ ਦੀਆਂ ਨਾ, ਪਦਾਰਥ ਆਵੇ ਤੇ ਪਾਰਟੀਆਂ ਜਸ਼ਨ ਸ਼ੁਰੂ ਹੋ ਜਾਂਦੇ। ਤੇ ਜੇ ਕਿਤੇ ਰੱਬ ਨਾ ਕਰੇ ਉਹ ਵਸਤੂ ਚਲੇ ਜਾਵੇ ਤੇ ਵੈਣ ਸਾਡਾ ਦੂਜੇ ਘਰ ਸੁਣਾਈ ਦਿੰਦਾ। ਖੁਸ਼ੀ ਵੀ ਹੱਦੋਂ ਬਾਹਰੀ ਹੈ ਤੇ ਦੁੱਖ ਵੀ ਹੱਦੋਂ ਬਾਹਰ ਹੈ। ਹਰਖ ਸੋਗ ਤੇ ਰਹਿ ਨਿਆਰੋ। ਗੁਰਮੁਖਾਂ ਦੀ ਅਵਸਥਾ, ਪਦਾਰਥ ਆਉਣ ਦੇ ਨਾਲ ਖੁਸ਼ੀ ਕੋਈ ਨਹੀਂ, ਚਲੇ ਜਾਣ ਦੇ ਨਾਲ ਗਮ ਕੋਈ ਨਹੀਂ। ਹਰਖ ਸੋਗ ਤੇ ਰਹਿ ਨਿਆਰੋ। ਨਾਹੇ ਮਾਨ ਅਪਮਾਨਾ। ਕਿਸੇ ਨੇ ਫੁੱਲਾਂ ਦਾ ਹਾਰ ਪਾ ਦਿੱਤਾ, ਆਖਿਆ ਵਾਹ ਭਲਾ। ਕਿਸੇ ਨੇ ਅਪਮਾਨ ਕੀਤਾ, ਆਖਿਆ ਵਾਹ ਭਲਾ। ਧਰਤੀ ਵਰਗਾ ਸੁਭਾਅ ਹੈ ਨਾ, ਧਰਤੀ ਤੇ ਫੁੱਲਾਂ ਦਾ ਕੋਈ ਛਿੜਕਾਅ ਕਰਦੇ, ਫੁੱਲ ਹੀ ਛਿੜਕ ਦੇਵੇ, ਕੋਈ ਫੁੱਲ ਵਿਛਾ ਦੇਵੇ, ਧਰਤੀ ਕੁਝ ਨਹੀਂ ਆਖਦੀ ਹੈ। ਧਰਤੀ ਤੇ ਕੋਈ ਟੋਇਆ ਪੱਟ ਦੇਵੇ, ਧਰਤੀ ਉਹਨੂੰ ਵੀ ਕੁਝ ਨਹੀਂ ਆਖਦੀ ਹੈ। ਗੁਰਮੁਖਾਂ ਦਾ ਸੁਭਾਅ ਐਸਾ ਹੋ ਜਾਂਦਾ, ਕੋਈ ਮਾਨ ਕਰੇ, ਕੋਈ ਅਪਮਾਨ ਕਰੇ। ਮਾਨ ਕਰੋ ਅਪਮਾਨ ਹੈ, ਜਾਨੋ ਬਾਣੀ ਦਾ ਬਚਨ ਆਪਾਂ ਪੜ੍ਹਦੇ ਹਾਂ। ਆਸਾ ਮਨਸਾ ਸਗਲ ਤਿਆਗੈ। ਮਨ ਦੀਆਂ ਆਸਾ, ਮਨਸ਼ਾ ਵਾਸ਼ਨਾਵਾਂ, ਮਨ ਦੀਆਂ ਵਾਸ਼ਨਾਵਾਂ ਕੱਲ ਤੇ ਪਰਸੋਂ ਤੇ ਅਗਲੇ ਦਿਨ ਤੇ ਲਾ ਕੇ ਬੈਠਾ। ਸਗਲ ਤਿਆਗੈ, ਸਭ ਕੁਝ ਛੱਡ ਦੇਵੇ। ਜਗ ਤੇ ਰਹਿ ਨਿਰਾਸਾ। ਦੁਨੀਆ ਦੇ ਵੱਲੋਂ ਨਿਰਾਸ਼ ਹੀ ਰਵੇ, ਦੁਨੀਆ ਦੇ ਵੱਲ ਆਸਾ ਨਾ ਰੱਖੇ। ਕਾਮ ਕ੍ਰੋਧ ਜਿਹ ਪਰਸੈ ਨਾਹਿਨ। ਜਿਹਦੇ ਕੋਲ ਕਾਮ ਨਾ ਆਵੇ, ਕ੍ਰੋਧ ਨਾ ਆਵੇ, ਲੋਭ ਮੋਹ ਤੇ ਅਹੰਕਾਰ ਪਰਸੀ ਨਾ ਸਕੇ, ਛੂ ਹੀ ਨਾ ਸਕੇ, ਤੇ ਇਹ ਘਟ ਬ੍ਰਹਮ ਉਹਦੇ ਹਿਰਦੇ ਵਿੱਚ ਰੱਬ ਵਸਦਾ। ਗੁਰ ਕਿਰਪਾ ਜਿਹ ਨਰ ਕੋ ਕੀਨੀ। ਇਹ ਕਿਰਪਾ ਜਿਹਦੇ ਉੱਪਰ ਪ੍ਰਮਾਤਮਾ ਨੇ ਕੀਤੀ ਹੈ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਰੱਬ ਦੇ ਨਾਲ ਭੇਦ ਹੋਣਾ ਸਾਰਿਆਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਸ਼ਬਦ ਤੇ ਆਪਾਂ ਪੜ੍ਹਦੇ ਹਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਇਹ ਅਵਸਥਾ ਦੇ ਮਾਲਕ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਹ ਸਾਰਾ ਸ਼ਬਦ ਉਹਨਾਂ ਦੇ ਜਾ ਕੇ ਢੁਕਦਾ। ਉਹ ਮਾਲਕ ਨੇ ਇਸ ਅਵਸਥਾ ਦੇ। ਹਾਥੀ ਚਲੇ ਗਿਆ, ਘੋੜੇ ਚਲੇ ਗਿਆ, ਪੁੱਤਰ ਚਲੇ ਗਿਆ, ਖਜ਼ਾਨਾ ਚਲੇ ਗਿਆ, ਆਨੰਦਪੁਰ ਚਲੇ ਗਿਆ, ਕਿਲੇ ਚਲੇ ਗਏ। ਨਹੀਂ, ਕਿਸੇ ਵੀ ਵਸਤੂ ਦੇ ਜਾਣ ਦਾ ਦੁੱਖ ਹੈ ਹੀ ਕੋਈ ਨਹੀਂ, ਕਿਉਂਕਿ ਉਹ ਬ੍ਰਹਮ ਦਾ ਰੂਪ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਭਾਈ ਧਰਮ ਸਿੰਘ ਜੀ, ਜਗਤ ਪਦਾਰਥ ਰੀਤ ਇਹ। ਦੁਨੀਆ ਦੇ ਪਦਾਰਥਾਂ ਦੀ ਮਰਿਆਦਾ ਹੀ ਇਹ ਹੈ। ਦੁਨੀਆ ਦੀ ਇਹ ਪਦਾਰਥ ਸਦਾ ਰਹਿੰਦੇ ਨਹੀਂ, ਇੱਕ ਨਾ ਇੱਕ ਦਿਨ ਇਹਨਾਂ ਨੇ ਜਾਣਾ ਹੀ ਹੈ। ਸਾਡੇ ਕੋਲੋਂ ਵੀ ਚਲੇ ਗਏ ਤੇ ਕੀ ਹੋਇਆ? ਰੋਣਾ ਕਾਹਦਾ ਹੈ? ਬਚਨ ਬਖਸ਼ਦੇ ਹਨ। ਜਗਤ ਪਦਾਰਥ ਰੀਤ ਇਹ ਬਿਨਸੈ ਤਤਕਾਲ। ਇਹ ਦੁਨੀਆ ਦੀ ਰੀਤ ਮਰਿਆਦਾ ਹੀ ਇਹੋ ਜੀ ਹੈ। ਪਦਾਰਥ ਅੱਜ ਹੈਗਾ, ਕੱਲ ਨੂੰ ਨਹੀਂ ਹੈਗਾ। ਇੱਥੇ ਤੇ ਲੋਕਾਂ ਨੇ ਨਾਂਗੇ ਪਾਵੋਂ ਤੇ ਗਏ ਜਿਨਕੇ ਲੱਖ ਕਰੋੜ। ਚਾਰ ਕੁ ਛਿਲੜਾਂ ਕਿਤੇ ਬੰਦੇ ਕੋਲ ਆ ਜਾਣ ਤੇ ਬੰਦਾ ਫਿਰ ਹੰਕਾਰ ਵਿੱਚ ਆ ਜਾਂਦਾ, ਫਿਰ ਉਸ ਨੂੰ ਆਪਣੇ ਆਪ ਦੀ ਸੁੱਧ ਬੁੱਧ ਨਹੀਂ ਰਹਿੰਦੀ। ਰੱਬ ਬੜਾ ਡਾਢਾ ਹੈ, ਜਦੋਂ ਖੋਹ ਲੈਂਦਾ ਫਿਰ ਰੋਂਦਾ ਦੁਨੀਆ ਅੱਗੇ ਜਾ ਜਾ ਕੇ ਦੁਖੀ ਹੋ ਜਾਂਦਾ। ਪਾਤਸ਼ਾਹ ਕਹਿਣ ਲੱਗੇ ਰੱਬ ਦੇ ਭੈ ਤੋਂ ਡਰਿਆ ਕਰ। ਰੋ ਵਿਚਾਰ ਮਹਾਰਾਜ ਕਹਿੰਦੇ ਵੀ ਇਹ ਭਾਈ ਉਹਦੀ ਮਰਿਆਦਾ ਹੈ। ਉਪਜ ਹੈ ਬਿਨ ਸੁਨਹਾਰ ਜੋ ਅੱਗੇ ਕਿਆ ਪਾਛੈ। ਇਹ ਜਿਹੜੀ ਚੀਜ਼ ਪੈਦਾ ਹੋ ਗਈ ਹੈ ਉਹਨੇ ਨਾਸ ਵੀ ਹੋ ਜਾਣਾ। ਅੱਗੇ ਕੀ ਤੇ ਪਿੱਛੇ ਕੀ, 10 ਦਿਨ ਪਹਿਲਾਂ ਕੀ ਤੇ 10 ਦਿਨ ਬਾਅਦ ਕੀ। ਮਹਾਰਾਜ ਕਹਿੰਦੇ ਪੁੱਤਰ ਤੇ ਅੱਜ ਚੜ੍ਹਾਈ ਕੀਤੇ, ਪੁੱਤਰਾਂ ਨੇ ਚੜ੍ਹਾਈ ਕਰਨਾ ਹੀ ਹੈ। ਅੱਜ ਨਹੀਂ ਕਰਦੇ ਤੇ ਹੋਰ 50 ਸਾਲਾਂ ਨੂੰ ਕਰ ਦਿੰਦੇ, ਕਰ ਤੇ ਫਿਰ ਵੀ ਜਾਣੇ। ਜਿਹੜੇ ਸਾਡੇ ਹਾਥੀ ਅੱਜ ਮਰੇ ਨੇ, ਤੁਸੀਂ ਅਫਸੋਸ ਕੀਤਾ ਵੀ ਹਾਥੀ ਮਰ ਗਿਆ, ਬੜਾ ਗਮ ਹੋਇਆ। ਹਾਥੀ ਨੇ ਤੇ ਮਰਨਾ ਹੀ ਹੈ, ਅੱਜ ਨਹੀਂ ਤੇ 10 ਸਾਲ ਹੋਰ ਜ਼ਿੰਦਗੀ ਪਾ ਲੈਂਦਾ, ਫਿਰ ਵੀ ਮਰਨਾ ਹੀ ਹੈ। ਘੋੜਾ ਮਰ ਗਿਆ, ਤੁਹਾਨੂੰ ਦੁੱਖ ਹੋਇਆ, ਪਰ ਮਰਨਾ ਤੇ ਘੋੜੇ ਨੇ ਵੀ ਹੈ ਨਾ। ਅੱਗੇ ਕੀ ਤੇ ਪਿੱਛੇ ਕੀ, 10 ਸਾਲ ਪਹਿਲਾਂ ਕੋਈ ਚਲੇ ਗਿਆ, ਕੋਈ ਬਾਅਦ ਚਲੇ ਗਿਆ, ਜਾਣਾ ਤੇ ਸਾਰਿਆਂ ਨੇ ਹੀ ਹੈ। ਮੰਨ ਲਓ ਵੀ ਅਨੰਦਪੁਰ ਸਾਹਿਬ ਦਾ ਜੰਗ ਨਾ ਹੁੰਦਾ ਤੇ ਫਿਰ ਕਿਹੜਾ ਹਾਥੀ ਨੇ ਮਰਨਾ ਨਹੀਂ ਸੀ, ਤੇ ਫਿਰ ਕਿਹੜਾ ਘੋੜਿਆਂ ਨੇ ਮਰਨਾ ਨਹੀਂ ਸੀ। ਮੌਤ ਦਾ ਸਮਾਂ ਤੇ ਨਿਸ਼ਚਿਤ ਹੈ ਨਾ, ਸਾਰਿਆਂ ਨੇ ਜਾਣਾ। ਤੇ ਪਾਤਸ਼ਾਹ ਕਹਿਣ ਲੱਗੇ ਅਨੰਦਪੁਰ ਸਾਹਿਬ ਦਾ ਜੰਗ ਜੇ ਨਾ ਵੀ ਹੁੰਦਾ ਤੇ ਭਾਈ ਪਿਆਰਿਓ ਫਿਰ ਕਿਹੜਾ ਸਾਹਿਬਜ਼ਾਦਿਆਂ ਨੇ ਰਹਿ ਜਾਣਾ ਸੀ, ਚਲੇ ਤੇ ਫਿਰ ਵੀ ਜਾਣਾ ਸੀ। ਵੱਡੇ ਸਤਿਗੁਰਾਂ ਦੇ ਨਹੀਂ ਗਏ, ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਲਖਮੀ ਦਾਸ ਨਹੀਂ ਗਏ, ਅੱਜ ਨਹੀਂ ਆਪਣੇ ਵਿੱਚ ਹੈਗੇ। ਕਹਿੰਦੇ ਹਾਂ ਮਹਾਰਾਜ ਗਏ। ਤੇ ਪਾਤਸ਼ਾਹ ਕਹਿੰਦੇ ਫਿਰ ਸਾਡੇ ਵੀ ਚਲੇ ਗਏ। ਇਹ ਤੇ ਸਮਾਂ ਹੀ ਹੈ ਭਾਈ, ਜਦੋਂ ਆਉਣਾ ਉਦੋਂ ਬਣ ਜਾਂਦਾ। ਇਹ ਅੱਗੇ ਕੀ ਤੇ ਪਿੱਛੇ ਕੀ, ਪਹਿਲਾਂ ਕੀ ਤੇ ਬਾਅਦ ਵਿੱਚ ਕੀ, ਜਿਹੜੀ ਚੀਜ਼ ਹੈ ਹੀ ਨਾਸਵੰਤ ਹੈ ਉਹਨੇ ਚਲੇ ਜਾਣਾ, ਅੱਜ ਨਹੀਂ ਤੇ ਕੱਲ ਖਤਮ ਹੋ ਜਾਂਦੀ ਹੈ। ਇਨ ਕੀ ਥਿਰਤਾ ਹੋਤਨ ਹੈ ਕਿਉਂ ਗਿਆਨੀ ਬਛ। ਇਹ ਜਿਹੜੇ ਗਿਆਨੀ ਹੁੰਦੇ ਨਾ, ਗਿਆਨਵਾਨ, ਉਹ ਕਦੇ ਪਦਾਰਥ ਮੰਗਦੇ ਹੀ ਨਹੀਂ। ਆਪਾਂ ਮੰਗਦੇ ਹਾਂ ਝੋਲੀਆਂ ਅੱਡ ਅੱਡ ਕੇ ਵੀ ਆਹ ਮਿਲ ਜਾਵੇ, ਆਹ ਮਿਲ ਜਾਵੇ, ਸਾਰੀ ਉਮਰ ਮੰਗਤੇ ਬਣ ਕੇ ਮੰਗਦੇ ਹੀ ਰਹਿੰਦੇ।
ਸਾਨੂੰ ਇਹ ਲੱਗਦਾ ਵੀ ਇਹ ਪਦਾਰਥ ਸ਼ਾਇਦ ਮੇਰੇ ਕੋਲ ਹੀ ਰਹੇਗਾ ਤੇ ਮੈਂ ਇਹਦਾ ਸੁੱਖ ਲਵਾਂਗਾ। ਨਹੀਂ, ਪਦਾਰਥ ਤੇ ਓਨਾ ਹੀ ਮਿਲੇ ਜਿਹਦੇ ਨਾਲ ਜ਼ਿੰਦਗੀ ਸੁਖੀ ਚੱਲੇ। ਬਹੁਤੇ ਪਦਾਰਥ ਵੀ ਜ਼ਿੰਦਗੀ ਨੂੰ ਦੁੱਖ ਵਿੱਚ ਪਾ ਦਿੰਦੇ। ਜਿਹੜੇ ਗਿਆਨੀ ਲੋਕ ਨੇ ਉਹ ਪਦਾਰਥ ਦੀ ਇੱਛਾ ਹੀ ਨਹੀਂ ਰੱਖਦੇ। ਉਹਨਾਂ ਨੂੰ ਪਤਾ ਵੀ ਰੱਬ ਨੇ ਮੈਨੂੰ ਦੁਨੀਆ ਤੇ ਭੇਜਿਆ, ਉਹਨੇ ਮੇਰਾ ਪ੍ਰਬੰਧ ਕਰਕੇ ਭੇਜਿਆ, ਰੋਟੀ ਪ੍ਰਸ਼ਾਦਾ ਜਿੰਨਾ ਮੈਂ ਛਕਣਾ ਮੰਨਣਾ ਆਪਣੇ ਆਪ ਹੀ ਮਿਲ ਜਾਣ। ਜਿਹੜੇ ਅਗਿਆਨੀ ਨੇ ਸਾਡੇ ਵਰਗੇ, ਉਹ ਦਿਨੇ ਰਾਤ ਝੋਲੀਆਂ ਅੱਡ ਕੇ ਮੰਗਦੇ ਰਹਿੰਦੇ ਵੀ ਇਹ ਵੀ ਦੇ ਦਿਓ ਮਹਾਰਾਜ, ਇਹ ਵੀ ਦੇ ਦਿਓ, ਮੰਗਦੇ ਰਹਿੰਦੇ ਹਰ ਵੇਲੇ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਜਿਨ ਕੀ ਥਿਰਤਾ ਹੋਤ ਨਹਿ, ਜਿਹੜੇ ਪਦਾਰਥ ਟਿਕਣ ਵਾਲੇ ਹੈ ਹੀ ਨਹੀਂ। ਕਿਉਂ? ਗਿਆਨੀ ਬਾਦਸ਼ਾਹ ਗਿਆਨੀ ਉਹਨਾਂ ਦੀ ਇੱਛਾ ਹੀ ਨਹੀਂ ਰੱਖਦੇ। ਕਈ ਵਾਰੀ ਸਾਡੇ ਮਨ ਵਿੱਚ ਸਵਾਲ ਹੋ ਜਾਂਦਾ ਵੀ ਗਿਆਨੀ ਕਿਹਨੂੰ ਕਹਿੰਦੇ? ਇਹ ਗਿਆਨੀ ਦਾ ਲੱਛਣ ਹੈ, ਜਿਹੜਾ ਪਦਾਰਥਾਂ ਦੇ ਵਿੱਚ ਨਾ ਖੁੱਭੇ, ਪਦਾਰਥਾਂ ਦੀ ਮੰਗ ਹੀ ਨਾ ਕਰੇ, ਉਹ ਗਿਆਨੀ ਹੈ। ਜਿਹੜਾ ਪਦਾਰਥਾਂ ਦੀ ਮੰਗ ਕਰੇ ਉਹ ਗਿਆਨੀ ਨਹੀਂ। ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨ ਤੇ ਆਨ, ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਬਖਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹਨਾਂ ਪਦਾਰਥਾਂ ਦੀ ਕਦੇ ਵੀ ਇੱਕ ਜਗ੍ਹਾ ਦੇ ਉੱਪਰ ਟਿਕਾ ਨਹੀਂ ਹੈ। ਇੱਕ ਆਤਮ ਸੱਤਾ ਸਦਾ ਉਪਜੈ ਨਾ ਬਿਨਾਸੀ। ਇਹ ਜਿਹੜੀ ਆਤਮਾ ਨਾ ਸਾਡੇ ਅੰਦਰ ਇੱਕ ਸਰੀਰ ਹੈ ਗੁਰਮੁਖੋ, ਜਿਸ ਨੂੰ ਸੂਖਸ਼ਮ ਸਰੀਰ ਕਿਹਾ ਜਾਂਦਾ। ਉਹ ਪ੍ਰਕਾਸ਼ ਹੀ ਹੁੰਦਾ ਹੈ, ਫੜਿਆ ਨਹੀਂ ਜਾਂਦਾ ਹੱਥ ਦੇ ਨਾਲ। ਉਹਨੂੰ ਪ੍ਰਕਾਸ਼ ਸਰੀਰ ਕਿਹਾ ਜਾਂਦਾ। ਕੁਝ ਲੋਕ ਉਸ ਨੂੰ ਆਤਮਾ ਕਹਿ ਦਿੰਦੇ। ਆਤਮਾ ਕਦੇ ਨਹੀਂ ਮਰਦੀ ਹੈ, ਸਰੀਰ ਹੀ ਮਰਦਾ ਹੈ। ਸਰੀਰ ਦੀ ਇੱਕ ਉਮਰਾ ਹੈ 50 ਸਾਲ 100 ਸਾਲ, ਪਰ ਆਤਮਾ ਕਦੇ ਮਰਦੀ ਨਹੀਂ। ਕੱਲਾ ਆਪਾਂ ਨਹੀਂ ਇਹ ਗੱਲ ਕਹਿੰਦੇ, ਈਸਾਈ ਵੀ ਇਹ ਮੰਨਦੇ ਨੇ, ਮੁਸਲਮਾਨ ਵੀ ਮੰਨਦੇ, ਸਨਾਤਨ ਧਰਮ ਵਾਲੇ ਜਿੰਨੇ ਧਰਮ ਨੇ, ਜਿੰਨੇ ਰਹਿਬਰ ਨੇ, ਜਿੰਨੇ ਪੈਗੰਬਰ ਨੇ, ਸਾਰੇ ਇਹ ਗੱਲ ਮੰਨਦੇ ਨੇ, ਆਤਮਾ ਕਦੇ ਮਰਦੀ ਨਹੀਂ। ਆਤਮਾ ਸਦਾ ਵਾਸਤੇ ਅਮਰ ਹੈ। 10ਵੇਂ ਪਾਤਸ਼ਾਹ ਮਹਾਰਾਜ ਜੀ ਇਹ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਹੋਰ ਕਿਹੜੇ ਕਿਹੜੇ ਬਚਨਾਂ ਨਾਲ ਨਿਹਾਲ ਕਰਦੇ ਤੇ ਸਾਨੂੰ ਵੀ ਉਪਦੇਸ਼ ਕੀ ਦਿੰਦੇ, ਆਪਾਂ ਕੱਲ ਨੂੰ ਫਿਰ ਅੱਗੇ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਮੁਆਫੀ ਬਚਨ ਗੁਰੂ ਕਾ, ਲੇਖਾ ਕਤਹਿ ਨ ਛੂਟਿਆ, ਬਖਸ਼ਨ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ